ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਪੋਲਿਟੀ ਦੀ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਇਸ ਵੀਡੀਓ ਦੇ ਵਿੱਚ ਆਪਾਂ ਉਹ ਸਾਰੇ ਆਰਟੀਕਲ ਕਵਰ ਕਰਾਂਗੇ ਜਿਹੜੇ ਤੁਹਾਨੂੰ ਪੇਪਰਾਂ ਦੇ ਵਿੱਚ ਕੰਟੀਨਿਊਸਲੀ ਪੁੱਛੇ ਜਾਂਦੇ ਨੇ। ਤਾਂ ਵੀਡੀਓ ਨੂੰ ਐਂਡ ਤੱਕ ਦੇਖਿਓ, ਇੱਕ ਵੀ ਆਰਟੀਕਲ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਜੇਕਰ ਤੁਸੀਂ ਆਪਣੀ ਤਿਆਰੀ ਸਬਜੈਕਟ ਵਾਈਜ਼ ਕਰਨਾ ਚਾਹੁੰਦੇ ਹੋ ਤਾਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ। ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਮਾਡਰਨ ਹਿਸਟਰੀ, ਪੋਲਿਟੀ, ਜੋਗਰਾਫੀ ਅਤੇ ਪੰਜਾਬ ਜੀਕੇ ਅਤੇ ਇੱਕ ਆਪਣੀ ਸਪੈਸ਼ਲ ਸੀਰੀਜ਼ ਚੱਲ ਰਹੀ ਹੈ CDP ਦੀ PS ਟੈਟ ਦੇ ਲਈ। ਤਾਂ ਉਹ ਸਾਰੀਆਂ ਵੀਡੀਓਜ਼ ਸੀਰੀਜ਼ ਵਾਈਜ਼ ਲੱਗੀਆਂ ਹੋਈਆਂ, ਤਾਂ ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ, ਕਿਉਂਕਿ ਬਹੁਤ ਵਧੀਆ ਕੰਟੈਂਟ ਤੁਹਾਡੇ ਲਈ ਔਨ ਦੀ ਵੇ ਹੈ। ਅੱਜ ਦੀ ਜੋ ਆਪਣੀ ਕਲਾਸ ਹੈ ਇਹ ਸਿਰਫ ਪੰਜਾਬ ਦੇ ਪੇਪਰਾਂ ਲਈ ਹੀ ਨਹੀਂ, ਸਗੋਂ ਜਿਨ੍ਹਾਂ ਪੇਪਰਾਂ ਦੇ ਵਿੱਚ ਇੰਡੀਆ ਲੈਵਲ ਦੇ ਪੇਪਰਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਕੌਨਸਟੀਟਿਊਸ਼ਨ ਬਾਰੇ ਪੁੱਛਿਆ ਜਾਂਦਾ ਹੈ ਤਾਂ ਇਹ ਉਹ ਸਾਰੇ ਪੇਪਰਾਂ ਦੇ ਲਈ ਬਹੁਤ ਇੰਪੋਰਟੈਂਟ ਵੀਡੀਓ ਹੈ। ਤਾਂ ਵੀਡੀਓ ਨੂੰ ਐਂਡ ਤੱਕ ਦੇਖਿਓ, ਇੱਕ ਵੀ ਆਰਟੀਕਲ ਮਿਸ ਨਾ ਕਰਿਓ, ਕਿਉਂਕਿ ਇਹੀ ਆਰਟੀਕਲ ਆਪਾਂ ਨੂੰ ਵਾਰ-ਵਾਰ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ। ਤਾਂ ਸਟਾਰਟ ਕਰਦੇ ਹਾਂ ਆਪਣੀ ਵੀਡੀਓ ਅੱਜ ਦੀ ਪਹਿਲੀ ਸਲਾਈਡ ਦੇ ਨਾਲ। ਪਹਿਲੀ ਸਲਾਈਡ ਦੇ ਵਿੱਚ ਜਿਹੜੇ ਮੈਂ ਆਰਟੀਕਲ ਰੱਖੇ ਨੇ ਇਹ ਆਪਣੇ ਫੰਡਾਮੈਂਟਲ ਰਾਈਟਸ ਦੇ ਨਾਲ ਸੰਬੰਧਿਤ ਆਰਟੀਕਲ ਨੇ। ਜੇਕਰ ਤੁਸੀਂ ਫੰਡਾਮੈਂਟਲ ਰਾਈਟਸ ਨੂੰ ਪੂਰੀ ਡਿਟੇਲ ਦੇ ਵਿੱਚ ਕਰਨਾ ਚਾਹੁੰਦੇ ਹੋ MCQ ਦੀ ਫਾਰਮ ਦੇ ਵਿੱਚ, ਤਾਂ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰਕੇ ਪਲੇਲਿਸਟ ਦੇ ਵਿੱਚ ਜਾ ਕੇ ਉੱਥੇ ਪੋਲਿਟੀ ਦੀ ਸੀਰੀਜ਼ ਦੇ ਵਿੱਚ ਫੰਡਾਮੈਂਟਲ ਰਾਈਟ ਦੀ ਵੀਡੀਓ ਪਈ ਹੈ, ਤਾਂ ਤੁਸੀਂ ਉਹ ਜਾ ਕੇ ਦੇਖ ਸਕਦੇ ਹੋ ਅਤੇ ਫੰਡਾਮੈਂਟਲ ਰਾਈਟ ਨੂੰ ਪੂਰੀ ਡਿਟੇਲ ਦੇ ਵਿੱਚ MCQ ਦੀ ਫਾਰਮ ਦੇ ਵਿੱਚ ਕਵਰ ਕਰ ਸਕਦੇ ਹੋ। ਤਾਂ ਪਹਿਲਾ ਜਿਹੜਾ ਆਪਣਾ ਆਰਟੀਕਲ ਹੈ ਆਰਟੀਕਲ 14। ਆਰਟੀਕਲ 14 ਆਪਾਂ ਨੂੰ ਕੀ ਦੱਸਦਾ ਹੈ? ਇਕੁਐਲਿਟੀ ਬਿਫੋਰ ਲਾਅ ਅਤੇ ਇਕੁਅਲ ਪ੍ਰੋਟੈਕਸ਼ਨ ਆਫ ਲਾਅ, ਯਾਨੀ ਕਿ ਜਿਹੜੇ ਕਾਨੂੰਨ ਦੇ ਸਾਹਮਣੇ ਸਾਰੇ ਇੱਕੋ ਜਿਹੇ ਨੇ। ਠੀਕ ਹੈ ਜੀ, ਤਾਂ ਸਭ ਮਤਲਬ ਬਰਾਬਰ ਨੇ ਕਾਨੂੰਨ ਦੇ ਸਾਹਮਣੇ। ਤਾਂ ਇਹ ਦੋ ਟਰਮਜ਼ ਇਹਦੇ ਵਿੱਚ ਲਈਆਂ ਗਈਆਂ ਨੇ, ਇਕੁਐਲਿਟੀ ਬਿਫੋਰ ਲਾਅ ਅਤੇ ਇਕੁਅਲ ਪ੍ਰੋਟੈਕਸ਼ਨ ਆਫ ਲਾਅ। ਕਈ ਵਾਰੀ ਆਪਾਂ ਨੂੰ ਡੀਪਲੀ ਕੁਐਸਚਨ ਜਿਹੜਾ ਪੁੱਛ ਲੈਂਦੇ ਨੇ ਕਿ ਜਿਹੜੀ ਇਕੁਐਲਿਟੀ ਬਿਫੋਰ ਲਾਅ ਟਰਮ ਹੈ ਇਹ ਆਪਾਂ ਕਿਹੜੀ ਕੰਟਰੀ ਤੋਂ ਲਈ ਹੈ, ਤਾਂ ਇਹ ਆਪਾਂ ਲਈਏ UK ਤੋਂ। ਅਤੇ ਜਿਹੜੀ ਆਪਾਂ ਇਕੁਅਲ ਪ੍ਰੋਟੈਕਸ਼ਨ ਆਫ ਲਾਅ ਲਈ ਹੈ ਇਹ ਲਈ ਆਪਾਂ USA ਤੋਂ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਜਿਹੜੇ ਆਪਣੇ ਆਰਟੀਕਲ 14 ਤੋਂ ਲੈ ਕੇ 18 ਤੱਕ ਨੇ ਉਹ ਆਪਣੇ ਆਰਟੀਕਲ ਰਾਈਟ ਟੂ ਇਕੁਐਲਿਟੀ ਦੇ ਨਾਲ ਸੰਬੰਧਿਤ ਨੇ। ਉਸ ਤੋਂ ਬਾਅਦ ਆਪਣੇ ਆਰਟੀਕਲ ਆ ਜਿਹੜੇ 19 ਤੋਂ ਲੈ ਕੇ 22 ਤੱਕ ਰਾਈਟ ਟੂ ਫਰੀਡਮ ਦੇ ਨਾਲ ਸੰਬੰਧਿਤ ਨੇ। ਉਹ ਆਪਾਂ ਅੱਗੇ ਆਰਟੀਕਲ ਕਵਰ ਕਰਦੇ ਹਾਂ, ਤਾਂ ਬਣੇ ਰਹੋ ਐਂਡ ਤੱਕ। ਅਗਲਾ ਜਿਹੜਾ ਆਪਣਾ ਆਰਟੀਕਲ ਹੈ ਉਹ ਹੈ ਆਰਟੀਕਲ 15। ਇਹ ਆਪਾਂ ਨੂੰ ਕੀ ਦੱਸਦਾ ਹੈ ਕਿ ਨੋ ਡਿਸਕ੍ਰੀਮੀਨੇਸ਼ਨ ਅਬਾਊਟ ਕਾਸਟ, ਕਲਰ, ਪਲੇਸ ਔਰ ਸੈਕਸ, ਯਾਨੀ ਕਿ ਆਪਾਂ ਕਿਸੇ ਨਾਲ ਵੀ ਭੇਦਭਾਵ ਨਹੀਂ ਕਰ ਸਕਦੇ। ਠੀਕ ਹੈ, ਉਹਦੀ ਜਾਤ ਦੇ ਬੇਸ 'ਤੇ, ਉਹਦੇ ਰੰਗ ਦੇ ਬੇਸ 'ਤੇ, ਠੀਕ ਹੈ, ਉਹਦੀ ਜਗ੍ਹਾ ਉਹ ਕਿੱਥੋਂ ਬਿਲੋਂਗ ਕਰਦਾ ਉਹਦੇ ਬੇਸ 'ਤੇ, ਜਾਂ ਉਹ ਮੁੰਡਾ ਹੈ ਜਾਂ ਉਹ ਕੁੜੀ ਹੈ, ਠੀਕ ਹੈ, ਉਹਦੇ ਬੇਸ 'ਤੇ। ਤਾਂ ਆਪਾਂ ਇਹ ਚੀਜ਼ਾਂ ਦੇ ਬੇਸ 'ਤੇ ਇਹਨੂੰ ਮਤਲਬ ਕਿਸੇ ਵੀ ਬੰਦੇ ਨੂੰ ਡਿਸਕ੍ਰੀਮੀਨੇਟ ਨਹੀਂ ਕਰ ਸਕਦੇ। ਤਾਂ ਆਰਟੀਕਲ 15 ਦੇ ਉੱਤੇ ਆਪਾਂ ਦੇਖਦੇ ਹਾਂ ਕਿ ਇੱਕ ਆਯੁਸ਼ਮਾਨ ਖੁਰਾਨਾ ਦੀ ਮੂਵੀ ਵੀ ਆਈ ਸੀ ਬਾਲੀਵੁੱਡ ਦੇ ਵਿੱਚ, ਉਹ ਆਰਟੀਕਲ 15 ਦੇ ਉੱਤੇ ਆਧਾਰਿਤ ਸੀ। ਉਹਦੇ ਵਿੱਚ ਇਹੀ ਦਰਸਾਇਆ ਗਿਆ ਸੀ। ਠੀਕ ਹੈ ਜੀ, ਤਾਂ ਆਰਟੀਕਲ 15 ਵੀ ਬਹੁਤ ਇੰਪੋਰਟੈਂਟ ਹੈ ਆਪਣੇ ਲਈ। ਅਗਲਾ ਜਿਹੜਾ ਆਪਣਾ ਆਰਟੀਕਲ ਹੈ ਆਰਟੀਕਲ 16। ਇਹ ਆਪਾਂ ਨੂੰ ਦੱਸਦਾ ਹੈ ਇਕੁਅਲ ਅਪਰਚੁਨਿਟੀ ਇਨ ਪਬਲਿਕ ਇੰਪਲੋਇਮੈਂਟ, ਯਾਨੀ ਕਿ ਜੇ ਕੋਈ ਜੋਬ ਦਾ ਇਸ਼ਤਿਹਾਰ ਆਉਂਦਾ ਤਾਂ ਉਹ ਸਾਰਿਆਂ ਲਈ ਪਬਲਿਸ਼ ਹੋਵੇਗਾ। ਠੀਕ ਹੈ ਜੀ, ਉਹਦੇ ਵਿੱਚ ਸਾਰਿਆਂ ਨੂੰ ਇਕੁਅਲ ਮੌਕਾ ਹੈ, ਠੀਕ ਹੈ, ਪਾਰਟੀਸਪੇਟ ਕਰਨ ਦਾ। ਉਹ ਬੰਦਿਆਂ ਨੂੰ ਮਤਲਬ ਜਿਨ੍ਹਾਂ ਦੀ ਯੋਗਤਾ ਮਤਲਬ ਜਿਹੜੀ ਉਹਨਾਂ ਦੀ ਯੋਗਤਾ ਹੈ ਉਹ ਜੋਬ ਦੇ ਇਕੁਅਲ ਹੈ। ਠੀਕ ਹੈ ਜੀ, ਜੋਬ ਦੇ ਵਿੱਚ ਉਹਦੇ 'ਚ ਲਿਖਿਆ ਜਾਂਦਾ ਕਿ ਤੁਹਾਡੀ ਉਮਰ ਇੰਨੀ ਹੋਣੀ ਚਾਹੀਦੀ ਹੈ ਅਤੇ ਤੁਹਾਡੀ ਜਿਹੜੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਹੈ ਉਹ ਇਹ ਹੋਣੀ ਚਾਹੀਦੀ ਹੈ। ਠੀਕ ਹੈ, ਤਾਂ ਉਹ ਬੰਦੇ ਜਿਨ੍ਹਾਂ ਦੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਉਹਦੇ ਨਾਲ ਰਿਲੇਟ ਕਰਦੀ ਹੈ ਤਾਂ ਉਹ ਬੰਦੇ ਫਾਰਮ ਭਰ ਸਕਦੇ ਨੇ। ਪਬਲਿਕ ਇੰਪਲੋਇਮੈਂਟ ਦੇ ਲਈ ਇਸ਼ਤਿਹਾਰ ਹੈ ਜਿਹੜਾ ਉਹ ਸਭ ਲਈ ਜਾਰੀ ਹੋਊਗਾ। ਠੀਕ ਹੈ, ਤਾਂ ਉਹ ਇਕੁਅਲ ਅਪਰਚੁਨਿਟੀ ਹੈ ਸਭ ਨੂੰ। ਤਾਂ ਆਰਟੀਕਲ ਜਿਹੜਾ 16 ਹੈ ਉਹ ਆਪਾਂ ਨੂੰ ਇਹ ਦੱਸਦਾ ਹੈ। ਅਗਲਾ ਜਿਹੜਾ ਆਪਣਾ ਆਰਟੀਕਲ ਹੈ ਆਰਟੀਕਲ 17। ਇਹ ਬਹੁਤ ਇੰਪੋਰਟੈਂਟ ਆਰਟੀਕਲ ਹੈ। SSC ਦੇ ਪੇਪਰਾਂ ਦੇ ਵਿੱਚ ਇਹ ਵਾਰ-ਵਾਰ ਪੁੱਛਿਆ ਜਾਣ ਵਾਲਾ ਆਰਟੀਕਲ ਹੈ। ਠੀਕ ਹੈ ਜੀ, ਹੋਰ ਵੀ ਸਾਰੇ ਪੇਪਰਾਂ ਦੇ ਵਿੱਚ ਇਹ ਪੁੱਛਿਆ ਜਾਂਦਾ ਹੈ। ਬਹੁਤ ਇੰਪੋਰਟੈਂਟ ਆਰਟੀਕਲ ਹੈ ਇਹ। ਪ੍ਰੋਹੀਬਿਸ਼ਨ ਆਫ ਅਨਟਚੇਬਿਲਿਟੀ, ਇਹਦਾ ਕੀ ਮਤਲਬ ਹੈ? ਛੂਆ-ਛੂਤ ਦੇ ਵਿਰੁੱਧ ਅਧਿਕਾਰ। ਠੀਕ ਹੈ ਜੀ, ਤਾਂ ਛੂਆ-ਛੂਤ ਪਹਿਲਾਂ ਤਾਂ ਇਹ ਚੀਜ਼ ਬਹੁਤ ਚੱਲਦੀ ਸੀ ਛੂਆ-ਛੂਤ ਵਾਲੀ, ਹੁਣ ਤਾਂ ਇਹ ਚੀਜ਼ ਬਹੁਤ ਮਤਲਬ ਘੱਟ ਹੈ। ਤਾਂ ਇਹ ਜਿਹੜਾ ਆਰਟੀਕਲ 17 ਇਹ ਆਪਾਂ ਨੂੰ ਅਨਟਚੇਬਿਲਿਟੀ ਦੇ ਨਾਲ ਯਾਨੀ ਕਿ ਛੂਆ-ਛੂਤ ਦੇ ਵਿਰੁੱਧ ਅਧਿਕਾਰ ਹੈ ਇਹ। ਠੀਕ ਹੈ ਜੀ, ਤਾਂ ਇਹ ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਆਰਟੀਕਲ ਹੈ ਆਰਟੀਕਲ 18। ਇਹ ਆਪਾਂ ਨੂੰ ਦੱਸਦਾ ਅਬੋਲਿਸ਼ਨ ਆਫ ਟਾਈਟਲਸ। ਟਾਈਟਲਸ ਦਾ ਕੀ ਮਤਲਬ ਹੈ ਕਿ ਜਿਹੜੇ ਪਹਿਲਾਂ ਰਾਜੇ ਆਪਣੇ ਅੱਗੇ ਆਪਣੇ ਨਾਵਾਂ ਦੇ ਅੱਗੇ ਟਾਈਟਲ ਲਾ ਦਿੰਦੇ, ਰਾਜਾ ਮਹਾਰਾਜਾ, ਠੀਕ ਹੈ, ਮਹਾਰਾਜ ਧੀਰਾਜ, ਠੀਕ ਹੈ, ਇਹੋ ਜਿਹੇ ਮਤਲਬ ਜਿਹੜੇ ਆਰਟੀਕਲ ਸੀ ਉਹਨਾਂ ਦਾ ਖਾਤਮਾ ਕੀਤਾ ਗਿਆ। ਉਹ ਆਪਾਂ ਆਰਟੀਕਲ ਆਪਣੇ ਨਾਮ ਦੇ ਅੱਗੇ ਨਹੀਂ ਲਗਾ ਸਕਦੇ। ਠੀਕ ਹੈ ਜੀ, ਤਾਂ ਜਿਹੜੇ ਆਰਟੀਕਲ ਐਜੂਕੇਸ਼ਨਲ ਬੇਸ ਨੇ, ਜਿਵੇਂ ਕਿ ਆਪਾਂ ਜੇ PhD ਕੀਤੀ ਹੈ ਤਾਂ ਆਪਾਂ ਆਪਣੇ ਨਾਮ ਦੇ ਅੱਗੇ ਡਾਕਟਰ ਲਗਾ ਸਕਦੇ ਹਾਂ। ਠੀਕ ਹੈ, ਉਹ ਆਰਟੀਕਲ ਖਤਮ ਨਹੀਂ ਕੀਤੇ ਗਏ। ਜਿਹੜੇ ਐਜੂਕੇਸ਼ਨਲ ਨੇ, ਜਿਹੜੇ ਆਪਾਂ ਖੁਦ ਆਪਾਂ ਕਮਾਉਂਦੇ ਹਾਂ, ਤਾਂ ਉਹ ਚੀਜ਼ ਆਪਾਂ ਉਹ ਅਬੋਲਿਸ਼ ਨਹੀਂ ਕੀਤੀ ਗਈ। ਤਾਂ ਜਿਹੜੇ ਆਰਟੀਕਲ ਪਹਿਲਾਂ ਚੱਲ ਰਹੇ ਸੀ ਯਾਨੀ ਕਿ ਜਿਹੜੇ ਪਹਿਲਾਂ ਨਾਮ ਚੱਲ ਰਹੇ ਸੀ ਮਹਾਰਾਜਾ, ਠੀਕ ਹੈ, ਤਾਂ ਰਾਜਾ ਮਹਾਰਾਜਾ, ਤਾਂ ਉਹ ਟਾਈਟਲ ਹੈ ਜਿਹੜੇ ਉਹ ਖਤਮ ਕੀਤੇ ਨੇ। ਤਾਂ ਅਬੋਲਿਸ਼ਨ ਆਫ ਟਾਈਟਲਸ ਦੇ ਨਾਲ ਸੰਬੰਧਿਤ ਜਿਹੜਾ ਆਰਟੀਕਲ ਹੈ ਆਰਟੀਕਲ 18। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਆਰਟੀਕਲ।
ਅਗਲਾ ਜਿਹੜਾ ਆਪਣਾ ਆਰਟੀਕਲ ਹੈ ਉਹ ਹੈ ਆਰਟੀਕਲ 19 ਤੋਂ 22। ਇਹ ਆਪਣਾ ਜਿਹੜਾ ਆਰਟੀਕਲ ਹੈ ਉਹ ਹੈ ਰਾਈਟ ਟੂ ਫਰੀਡਮ, ਠੀਕ ਹੈ। ਇਹਦੇ ਵਿੱਚ ਆਪਾਂ ਨੂੰ ਫਰੀਡਮ ਬਾਰੇ ਦੱਸਿਆ ਗਿਆ। ਤਾਂ ਇਹ ਆਪਾਂ ਸਾਰੇ ਆਰਟੀਕਲ ਫੰਡਾਮੈਂਟਲ ਰਾਈਟ ਦੀ ਸੀਰੀਜ਼ ਦੇ ਵਿੱਚ ਪੂਰੇ ਡਿਟੇਲ ਦੇ ਵਿੱਚ ਕੀਤੇ ਹੋਏ ਨੇ। ਤਾਂ ਇਹ ਆਪਾਂ ਜਿਹੜੀ ਇਹ ਵੀਡੀਓ ਹੈ ਇਹਦੇ ਵਿੱਚ ਇੰਪੋਰਟੈਂਟ ਆਰਟੀਕਲ ਜਿਹੜੇ ਤੁਹਾਨੂੰ ਵਾਰ-ਵਾਰ ਰਿਪੀਟ ਹੁੰਦੇ ਨੇ ਉਹ ਆਪਾਂ ਇਹਦੇ ਵਿੱਚ ਰੱਖੇ ਨੇ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਆਰਟੀਕਲ ਹੈ ਆਰਟੀਕਲ 23 ਤੇ 24 ਰਾਈਟ ਅਗੇਂਸਟ ਐਕਸਪਲੋਟੇਸ਼ਨ, ਠੀਕ ਹੈ ਜੀ। ਤਾਂ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਇਹਨੂੰ ਪੰਜਾਬੀ ਦੇ ਵਿੱਚ ਕਿਹਾ ਜਾਂਦਾ। ਤਾਂ ਆਰਟੀਕਲ 23 ਦੇ ਵਿੱਚ ਕੀ ਲਿਖਿਆ ਗਿਆ? ਆਰਟੀਕਲ 23 ਦੇ ਵਿੱਚ ਇਹ ਲਿਖਿਆ ਗਿਆ ਕਿ ਆਪਾਂ ਮਨੁੱਖਾਂ ਦੀ ਖਰੀਦੋ ਫਰੋਖਤ ਨਹੀਂ ਕਰ ਸਕਦੇ, ਜਿਹਨੂੰ ਆਪਾਂ ਹਿਊਮਨ ਟਰੈਫਿਕਿੰਗ ਕਹਿੰਦੇ ਆ ਇੰਗਲਿਸ਼ ਦੇ ਵਿੱਚ। ਤਾਂ ਆਰਟੀਕਲ 23 ਦੇ ਵਿੱਚ ਉਹ ਲਿਖਿਆ ਗਿਆ, ਠੀਕ ਹੈ ਜੀ। ਆਰਟੀਕਲ 23 ਜਿਹੜਾ ਹੈਗਾ ਉਹ ਹਿਊਮਨ ਟਰੈਫਿਕਿੰਗ ਦੇ ਨਾਲ ਸੰਬੰਧਿਤ ਹੈ ਕਿ ਆਪਾਂ ਹਿਊਮਨ ਟਰੈਫਿਕਿੰਗ ਨਹੀਂ ਕਰ ਸਕਦੇ, ਬੰਦਿਆਂ ਦੀ ਖਰੀਦੋ ਫਰੋਖਤ ਨਹੀਂ ਕਰ ਸਕਦੇ। ਜਿਵੇਂ ਪਹਿਲਾਂ ਸਲੇਵ ਡਾਇਨੈਸਟੀ ਸੀ, ਹੈ ਨਾ, ਸਲੇਵ ਹੁੰਦੇ ਸੀ, ਉਹ ਚੀਜ਼ ਅੱਜ ਖਤਮ ਹੈ। ਤਾਂ ਆਰਟੀਕਲ ਜਿਹੜਾ 24 ਹੈ ਇਹਦੇ ਵਿੱਚ ਲਿਖਿਆ ਹੋਇਆ ਕਿ ਆਪਾਂ 14 ਸਾਲ ਤੋਂ ਜਿਹੜਾ ਘੱਟ ਬੱਚਾ ਹੈ ਉਹ ਤਾਂ ਆਪਾਂ ਫੋਰਸ ਲੇਬਰ ਨਹੀਂ ਕਰਵਾ ਸਕਦੇ, ਠੀਕ ਹੈ ਜੀ, ਕਿਸੇ ਵੀ ਫੈਕਟਰੀ ਦੇ ਵਿੱਚ। ਤਾਂ ਉਹ ਤੋਂ ਆਪਾਂ ਫੋਰਸ ਲੇਬਰ ਨਹੀਂ ਕਰਵਾ ਸਕਦੇ। ਤਾਂ ਜਿਹੜਾ ਮੈਂ ਬੋਲ ਰਿਹਾ ਉਹਨੂੰ ਨਾਲ ਨਾਲ ਨੋਟ ਕਰਦੇ ਜਾਓ, ਨੋਟਸ ਆਪਣੇ ਖੁਦ ਬਣਾਉਂਦੇ ਜਾਓ। ਤਾਂ ਇਹ ਆਰਟੀਕਲ ਸਾਰੇ ਨੋਟ ਕਰ ਲਿਓ, ਇਹੀ ਤੁਹਾਨੂੰ ਵਾਰ-ਵਾਰ ਪੁੱਛੇ ਜਾਂਦੇ ਨੇ। ਅਗਲਾ ਜਿਹੜਾ ਆਪਣਾ ਆਰਟੀਕਲ ਹੈ ਆਰਟੀਕਲ 25 ਤੋਂ 28 ਰਾਈਟ ਟੂ ਫਰੀਡਮ ਆਫ ਰਿਲੀਜਨ, ਆਪਾਂ ਨੂੰ ਧਰਮ ਦੀ ਸੁਤੰਤਰਤਾ ਦਾ ਅਧਿਕਾਰ, ਠੀਕ ਹੈ ਜੀ। ਜਾਣੀ ਕਿ ਆਪਣਾ ਜਿਹੜਾ ਭਾਰਤ ਹੈ ਇਹ ਧਰਮ ਨਿਰਪੱਖ ਰਾਜ ਹੈ। ਆਪਾਂ ਕਿਸੇ ਵੀ ਧਰਮ ਨੂੰ ਅਪਣਾ ਸਕਦੇ ਹਾਂ, ਕਿਸੇ ਵੀ ਧਰਮ ਨੂੰ ਛੱਡ ਸਕਦੇ ਹਾਂ। ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਮੈਂ ਕਿਸੇ ਧਰਮ ਨਾਲ ਮੇਰਾ ਕੋਈ ਸੰਬੰਧ ਨਹੀਂ, ਠੀਕ ਹੈ, ਮੈਂ ਨਾਸਤਿਕ ਹਾਂ, ਇਹ ਵੀ ਆਪਾਂ ਕਹਿ ਸਕਦੇ ਹਾਂ। ਤਾਂ ਰਾਈਟ ਟੂ ਫਰੀਡਮ ਹੈ ਉਹ, ਰਾਈਟ ਟੂ ਫਰੀਡਮ ਆਫ ਰਿਲੀਜਨ 25 ਤੋਂ 28 ਤੱਕ ਇਹ ਦੱਸਿਆ ਗਿਆ ਆਪਾਂ ਨੂੰ। ਅਗਲਾ ਜਿਹੜਾ ਆਪਣਾ ਆਰਟੀਕਲ ਹੈ ਆਰਟੀਕਲ 29 ਤੇ 30 ਇਹ ਹੈ ਐਜੂਕੇਸ਼ਨ ਐਂਡ ਕਲਚਰਲ ਰਾਈਟਸ। ਇਹਦੇ ਵਿੱਚ ਮਾਈਨੋਰਟੀਜ਼ ਬਾਰੇ ਦੱਸਿਆ ਗਿਆ, ਜਿਹੜੀਆਂ ਘੱਟ ਗਿਣਤੀ ਲੋਕ ਨੇ, ਠੀਕ ਹੈ, ਜਿਵੇਂ ਮੁਸਲਿਮ ਲੋਕ ਨੇ ਉਹਨਾਂ ਦੀ ਘੱਟ ਗਿਣਤੀ ਹੈ। ਤਾਂ ਉਹ ਆਪਣੇ ਐਜੂਕੇਸ਼ਨਲ ਸੈਂਟਰ ਹੈ ਜਿਹੜੇ ਉਹ ਖੋਲ੍ਹ ਸਕਦੇ ਨੇ, ਠੀਕ ਹੈ ਜੀ। ਤਾਂ ਉਹਨਾਂ ਨੂੰ ਇਹਦੇ ਵਿੱਚ ਯਾਨੀ ਕਿ ਖੁੱਲ੍ਹ ਦਿੱਤੀ ਗਈ ਹੈ ਕਿ ਉਹ ਖੋਲ੍ਹ ਸਕਦੇ ਨੇ, ਆਰਟੀਕਲ 29 ਤੇ 30। ਤਾਂ ਇਹ ਜਿਹੜਾ ਆਰਟੀਕਲ ਹੈ ਇਹ ਐਜੂਕੇਸ਼ਨਲ ਐਂਡ ਕਲਚਰਲ ਰਾਈਟਸ। ਅਗਲਾ ਜਿਹੜਾ ਆਪਣਾ ਆਰਟੀਕਲ ਹੈ ਆਰਟੀਕਲ 31। ਤਾਂ ਇਹ ਆਪਾਂ ਨੂੰ ਦੱਸਦਾ ਹੈ ਰਾਈਟ ਟੂ ਪ੍ਰੋਪਰਟੀ, ਠੀਕ ਹੈ ਜੀ। ਤਾਂ ਇਹ ਜਿਹੜਾ ਹੁਣ ਆਰਟੀਕਲ ਹੈ ਇਹ ਰਿਮੂਵ ਕਰ ਦਿੱਤਾ ਗਿਆ। ਇਹ ਪਹਿਲਾਂ ਹੁੰਦਾ ਸੀ, ਪਹਿਲਾਂ ਆਪਣੇ 7 ਫੰਡਾਮੈਂਟਲ ਰਾਈਟ ਹੁੰਦੇ ਸੀ। ਐਟ ਪ੍ਰੈਜੈਂਟ ਆਪਣੇ 6 ਫੰਡਾਮੈਂਟਲ ਰਾਈਟ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਡਾਇਰੈਕਟ ਕੁਐਸਚਨ ਆ ਜਾਂਦਾ ਕਿ ਹੁਣ ਆਪਣੇ ਕਿੰਨੇ ਫੰਡਾਮੈਂਟਲ ਰਾਈਟ ਨੇ। ਤਾਂ ਐਟ ਪ੍ਰੈਜੈਂਟ ਆਪਣੇ 6 ਫੰਡਾਮੈਂਟਲ ਰਾਈਟ ਨੇ, ਪਹਿਲਾਂ ਆਪਣੇ 7 ਹੁੰਦੇ ਸੀ। ਰਿਮੂਵ ਕਿਹੜਾ ਕਰ ਦਿੱਤਾ ਗਿਆ? ਆਰਟੀਕਲ 31 ਜਿਹੜਾ ਸੀਗਾ ਰਾਈਟ ਟੂ ਪ੍ਰੋਪਰਟੀ, ਹੁਣ ਇਹ ਇੱਕ ਲੀਗਲ ਰਾਈਟ ਬਣ ਗਿਆ। ਤਾਂ ਇਹ ਜਿਹੜਾ ਹੁਣ ਕਿੱਥੇ ਚੱਲ ਗਿਆ? ਇਹ 300A ਦੇ ਵਿੱਚ ਚੱਲ ਗਿਆ, ਠੀਕ ਹੈ ਜੀ, ਲੀਗਲ ਰਾਈਟ ਬਣ ਗਿਆ। ਤਾਂ ਇਹ ਕਿਹੜੀ ਅਮੈਂਡਮੈਂਟ ਦੇ ਥਰੂ ਜਿਹੜਾ ਰਿਮੂਵ ਕੀਤਾ ਗਿਆ? ਮਤਲਬ ਅਮੈਂਡਮੈਂਟ ਹੋਈ ਸੀ ਆਪਣੀ 44th ਅਮੈਂਡਮੈਂਟ 1978 1978 ਦੇ ਵਿੱਚ ਹੋਈ ਸੀ, ਠੀਕ ਹੈ। ਮੈਂ ਤੁਹਾਨੂੰ ਪਹਿਲਾਂ ਵੀ ਕਨਸੈਪਟ ਦੱਸਿਆ 4+4 8 ਬਣਦਾ। ਤਾਂ 4+4 8 ਯਾਨੀ ਕਿ 1978, ਠੀਕ ਹੈ। ਤਾਂ 1978 ਦੇ ਵਿੱਚ ਯਾਨੀ ਕਿ 1978 ਦੇ ਪਿੱਛੇ 8 ਆਉਂਦਾ, ਠੀਕ ਹੈ। ਤਾਂ 4+4 8। ਤਾਂ ਜਿਹੜੀ ਅਮੈਂਡਮੈਂਟ 1978 ਦੇ ਵਿੱਚ ਹੋਈ ਸੀ ਉਹ ਕਿਹੜੀ ਹੋਈ ਸੀ? 44th ਅਮੈਂਡਮੈਂਟ। ਉਹ ਅਮੈਂਡਮੈਂਟ ਦੇ ਥਰੂ ਰਾਈਟ ਟੂ ਪ੍ਰੋਪਰਟੀ ਨੂੰ ਰਿਮੂਵ ਕਰਕੇ ਆਰਟੀਕਲ 300A ਦੇ ਅੰਡਰ ਹੈ ਜਿਹੜਾ ਉਹ ਸ਼ਿਫਟ ਕਰ ਦਿੱਤਾ ਗਿਆ, ਉਹਨੂੰ ਇੱਕ ਲੀਗਲ ਰਾਈਟ ਬਣਾ ਦਿੱਤਾ ਗਿਆ, ਠੀਕ ਹੈ ਜੀ, ਰਾਈਟ ਟੂ ਪ੍ਰੋਪਰਟੀ। ਇਹ ਤੁਸੀਂ ਯਾਦ ਰੱਖਣਾ, ਇਹਦੇ ਬਾਰੇ ਬਹੁਤ ਵਾਰੀ ਪੇਪਰਾਂ ਦੇ ਵਿੱਚ ਪੁੱਛਿਆ ਜਾਂਦਾ ਹੈ। ਅਗਲਾ ਜਿਹੜਾ ਆਪਣਾ ਆਰਟੀਕਲ ਹੈ ਆਰਟੀਕਲ 32 ਇਹ ਬਹੁਤ ਇੰਪੋਰਟੈਂਟ ਆਰਟੀਕਲ ਹੈ, ਠੀਕ ਹੈ। ਇਹਨੂੰ ਕੀ ਕਿਹਾ ਜਾਂਦਾ ਹੈ? ਕੌਂਸਟੀਟਿਊਸ਼ਨਲ ਰੈਮੀਡੀਜ਼। ਯਾਨੀ ਕਿ ਜੇ ਕੋਈ ਆਪਣੇ ਫੰਡਾਮੈਂਟਲ ਰਾਈਟਸ ਨੂੰ ਵਾਇਲੇਟ ਕਰ ਰਿਹਾ, ਉਹਨਾਂ ਦੀ ਉਲੰਘਣਾ ਕਰ ਰਿਹਾ, ਤਾਂ ਆਪਾਂ ਕਿਹੜੇ ਆਰਟੀਕਲ ਦੇ ਤਹਿਤ ਸੁਪਰੀਮ ਕੋਰਟ ਜਾ ਸਕਦੇ ਹਾਂ? ਤਾਂ ਉਹ ਹੈ ਆਰਟੀਕਲ 32, ਠੀਕ ਹੈ ਜੀ। ਆਰਟੀਕਲ 32 ਦੇ ਤਹਿਤ ਆਪਾਂ ਸੁਪਰੀਮ ਕੋਰਟ ਜਾ ਸਕਦੇ ਹਾਂ ਆਪਣੇ ਫੰਡਾਮੈਂਟਲ ਰਾਈਟ ਨੂੰ ਲਾਗੂ ਕਰਾਉਣ ਦੇ ਲਈ, ਠੀਕ ਹੈ। ਤਾਂ ਇਹ ਆਰਟੀਕਲ ਦਾ ਨਾਮ ਕੀ ਹੈ? ਕੌਂਸਟੀਟਿਊਸ਼ਨਲ ਰੈਮੀਡੀਜ਼, ਠੀਕ ਹੈ ਜੀ। ਤਾਂ ਇਹ ਆਰਟੀਕਲ ਨੂੰ ਡਾਕਟਰ BR ਅੰਬੇਦਕਰ ਨੇ ਕੀ ਕਿਹਾ? ਹਾਰਟ ਐਂਡ ਸੋਲ ਆਫ ਕੌਂਸਟੀਟਿਊਸ਼ਨ, ਠੀਕ ਹੈ ਜੀ। ਤਾਂ ਇਹ ਵੀ ਪੁੱਛਿਆ ਜਾਂਦਾ ਹੈ। ਤਾਂ ਜਿਹੜਾ ਮੈਂ ਬੋਲ ਰਿਹਾ ਉਹਨੂੰ ਵੀ ਨਾਲ ਨਾਲ ਨੋਟ ਕਰਦੇ ਜਾਓ। ਤਾਂ BR ਅੰਬੇਦਕਰ ਨੇ ਇਹ ਆਰਟੀਕਲ ਨੂੰ ਕੀ ਕਿਹਾ? ਹਾਰਟ ਐਂਡ ਸੋਲ ਆਫ ਕੌਂਸਟੀਟਿਊਸ਼ਨ, ਆਰਟੀਕਲ 32 ਨੂੰ ਕੌਂਸਟੀਟਿਊਸ਼ਨਲ ਰੈਮੀਡੀਜ਼। ਤਾਂ ਇਸ ਆਰਟੀਕਲ ਦੇ ਤਹਿਤ ਆਪਾਂ ਸੁਪਰੀਮ ਕੋਰਟ ਆਪਣੇ ਫੰਡਾਮੈਂਟਲ ਰਾਈਟ ਨੂੰ ਲਾਗੂ ਕਰਾਉਣ ਦੇ ਲਈ ਜਾ ਸਕਦੇ, ਠੀਕ ਹੈ ਜੀ। ਤਾਂ ਇਹ ਬਹੁਤ ਇੰਪੋਰਟੈਂਟ ਨੇਗੇ। ਅਗਲੀ ਜਿਹੜੀ ਆਪਣੀ ਸਲਾਈਡ ਹੈ ਇਹ ਪ੍ਰੈਜ਼ੀਡੈਂਟ ਨਾਲ ਸੰਬੰਧਿਤ ਹੈ। ਆਪਾਂ ਨੂੰ ਪਤਾ ਹੈ ਕਿ ਪ੍ਰੈਜ਼ੀਡੈਂਟ ਦੇ ਵਿੱਚੋਂ ਬਹੁਤ ਜਿਹੜੇ ਕੁਐਸਚਨ ਨੇ ਡਾਇਰੈਕਟ ਪੁੱਛੇ ਜਾਂਦੇ ਨੇ। ਪ੍ਰੈਜ਼ੀਡੈਂਟ ਇੱਕ ਇਹੋ ਜਿਹਾ ਟੌਪਿਕ ਹੈ ਜਿਹਦੇ ਵਿੱਚੋਂ ਬਹੁਤ ਕੁਐਸਚਨ ਵਾਰ-ਵਾਰ ਰਿਪੀਟ ਹੁੰਦੇ ਨੇ। ਵੈਸੇ ਤਾਂ ਸਾਰਾ ਕੌਂਸਟੀਟਿਊਸ਼ਨ ਹੀ ਆਪਣਾ ਮਤਲਬ ਜਿੰਨੇ ਇਹ ਤੁਹਾਨੂੰ ਮੈਂ ਇਹਦੇ ਵਿੱਚ ਆਰਟੀਕਲ ਰੱਖੇ ਨੇ ਉਹ ਆਪਾਂ ਨੂੰ ਰਿਪੀਟ ਹੁੰਦੇ ਨੇ, ਠੀਕ ਹੈ ਜੀ। ਤਾਂ ਇਹ ਜਿਹੜੇ ਆਰਟੀਕਲ ਨੇ ਆਰਟੀਕਲ 52 ਤੋਂ ਲੈ ਕੇ 62 ਤੱਕ ਅਤੇ ਆਰਟੀਕਲ 72 ਆਰਟੀਕਲ 143 ਇਹ ਆਪਣੇ ਪ੍ਰੈਜ਼ੀਡੈਂਟ ਦੇ ਨਾਲ ਸੰਬੰਧਿਤ ਨੇ। ਇਹ ਆਰਟੀਕਲਸ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਪਹਿਲਾ ਜਿਹੜਾ ਆਪਣਾ ਆਰਟੀਕਲ ਹੈ ਆਰਟੀਕਲ 52 ਇਹ ਆਪਾਂ ਨੂੰ ਕੀ ਦੱਸਦਾ ਕਿ ਇੰਡੀਆ ਦਾ ਇੱਕ ਪ੍ਰੈਜ਼ੀਡੈਂਟ ਹੋਵੇਗਾ, ਠੀਕ ਹੈ।
ਤਾਂ ਇਹ ਆਪਾਂ ਨੂੰ ਇਹ ਦੱਸਦਾ ਕਿ ਇੰਡੀਆ ਦਾ ਇੱਕ ਪ੍ਰੈਜ਼ੀਡੈਂਟ ਹੋਵੇਗਾ, ਠੀਕ ਹੈ। ਇਹ ਪੋਸਟ ਨੂੰ ਆਪਾਂ ਖਾਲੀ ਵੈਕੈਂਟ ਨਹੀਂ ਛੱਡ ਸਕਦੇ, ਖਾਲੀ ਨਹੀਂ ਛੱਡ ਸਕਦੇ, ਠੀਕ ਹੈ। ਪ੍ਰੈਜ਼ੀਡੈਂਟ ਇੱਕ ਹੋਣਾ ਹੀ ਹੋਣਾ ਇੰਡੀਆ ਦਾ, ਠੀਕ ਹੈ ਜੀ। ਤਾਂ ਆਰਟੀਕਲ 52 ਦੇ ਵਿੱਚ ਇਹ ਆਪਾਂ ਨੂੰ ਦੱਸਿਆ ਗਿਆ। ਅਗਲਾ ਜਿਹੜਾ ਆਪਣਾ ਆਰਟੀਕਲ ਹੈ ਉਹ ਹੈ ਆਰਟੀਕਲ 54 ਇਲੈਕਸ਼ਨ ਆਫ ਪ੍ਰੈਜ਼ੀਡੈਂਟ। ਇਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜਾ ਆਪਣਾ ਪ੍ਰੈਜ਼ੀਡੈਂਟ ਹੋਵੇਗਾ ਉਹ ਇਹ ਨਹੀਂ ਕਿ ਮਤਲਬ ਇੱਕ ਮੋਨਾਰਕ ਦੇ ਥਰੂ ਨਹੀਂ ਉਹ ਚੁਣਿਆ ਜਾਣਾ, ਉਹਦੀ ਇੱਕ ਫਰਦਰ ਇਲੈਕਸ਼ਨ ਹੋਵੇਗੀ, ਠੀਕ ਹੈ। ਤਾਂ ਉਹ ਇਲੈਕਸ਼ਨ ਪ੍ਰੋਸੈਸ ਦੇ ਦੌਰਾਨ ਉਹ ਇਲੈਕਟਡ ਹੋਵੇਗਾ, ਨਾ ਕਿ ਸਿਲੈਕਟਡ, ਠੀਕ ਹੈ ਜੀ। ਉਹ ਇਲੈਕਟਡ ਪ੍ਰੈਜ਼ੀਡੈਂਟ ਹੋਵੇਗਾ। ਤਾਂ ਆਰਟੀਕਲ 54 ਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜਾ ਆਪਣਾ ਪ੍ਰੈਜ਼ੀਡੈਂਟ ਹੋਵੇਗਾ ਉਹ ਇਲੈਕਟਡ ਹੋਵੇਗਾ। ਅਗਲਾ ਜਿਹੜਾ ਆਪਣਾ ਆਰਟੀਕਲ ਹੈ ਆਰਟੀਕਲ 55 ਇਲੈਕਸ਼ਨ ਪ੍ਰੋਸੀਜਰ, ਠੀਕ ਹੈ ਜੀ। ਤਾਂ ਆਰਟੀਕਲ 55 ਦੇ ਵਿੱਚ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਦੱਸਿਆ ਗਿਆ ਕਿ ਕਿਵੇਂ ਹੋਵੇਗਾ, ਠੀਕ ਹੈ। ਪ੍ਰੋਸੀਜਰ ਦੱਸਿਆ ਗਿਆ ਉਹਦਾ ਕਿ ਆਰਟੀਕਲ 55 ਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜਾ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਹੋਣਾ ਉਹਦਾ ਪ੍ਰੋਸੀਜਰ ਕੀ ਹੋਵੇਗਾ। ਤਾਂ ਇਹ ਆਪਾਂ ਜਿਹੜੇ ਆਪਣੇ MCQ ਕੀਤੇ ਹੈ ਪ੍ਰੈਜ਼ੀਡੈਂਟ ਵਾਲੇ, ਠੀਕ ਹੈ। ਪ੍ਰੈਜ਼ੀਡੈਂਟ ਵਾਲਾ ਟੌਪਿਕ ਵੀ ਆਪਾਂ ਜਿਹੜੀ ਆਪਣੀ ਪੋਲਿਟੀ ਦੀ ਸੀਰੀਜ਼ ਹੈ ਉਹਦੇ ਵਿੱਚ ਪ੍ਰੈਜ਼ੀਡੈਂਟ ਵਾਲਾ ਜਿਹੜਾ ਟੌਪਿਕ ਹੈ ਉਹ ਵੀ ਆਪਣਾ ਪਿਆ ਹੈ, ਉਹ ਵੀ ਤੁਸੀਂ ਦੇਖ ਸਕਦੇ ਹੋ ਡਿਟੇਲ ਦੇ ਵਿੱਚ, ਠੀਕ ਹੈ। ਉਹਦੇ ਵਿੱਚ ਆਪਾਂ ਇਲੈਕਸ਼ਨ ਪ੍ਰੋਸੀਜਰ ਬਾਰੇ ਵੀ ਗੱਲ ਕੀਤੀ ਹੈ, ਠੀਕ ਹੈ। ਕਿ ਇਹਦੇ ਵਿੱਚ ਜਿਹੜੇ ਆਪਣੇ ਨੋਮੀਨੇਟਡ ਮੈਂਬਰ ਨੇ ਉਹ ਹਿੱਸਾ ਨਹੀਂ ਲੈਂਦੇ, ਠੀਕ ਹੈ। ਸਿਰਫ ਇਲੈਕਟਡ ਮੈਂਬਰ ਹੀ ਹਿੱਸਾ ਲੈਂਦੇ ਨੇ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਆਰਟੀਕਲ ਹੈ ਆਰਟੀਕਲ 56 ਆਫਿਸ ਟਰਮ 5 ਈਅਰ। ਇਹਦੇ ਵਿੱਚ ਦੱਸਿਆ ਗਿਆ ਕਿ ਜਿਹੜੀ ਰਾਸ਼ਟਰਪਤੀ ਦੀ ਆਫਿਸ ਟਰਮ ਹੈ ਉਹ 5 ਸਾਲ ਦੀ ਹੋਵੇਗੀ, ਠੀਕ ਹੈ ਜੀ। ਤਾਂ ਇਹਦੇ ਵਿੱਚ ਦੱਸਿਆ ਗਿਆ ਕਿ ਉਹਦੀ ਜਿਹੜੀ ਟਰਮ ਹੈ ਉਹ 5 ਸਾਲ ਦੀ ਹੋਵੇਗੀ, ਠੀਕ ਹੈ। ਇੱਕ ਆਪਾਂ ਨੂੰ ਕੁਐਸਚਨ ਇਹ ਆ ਜਾਂਦਾ ਕਈ ਵਾਰੀ ਪੇਪਰ ਦੇ ਵਿੱਚ ਕਿ ਜਿਹੜਾ ਪ੍ਰੈਜ਼ੀਡੈਂਟ ਹੈ ਆਪਣੇ ਇੰਡੀਆ ਦਾ ਉਹ ਕਿੰਨੇ ਵਾਰੀ ਪ੍ਰੈਜ਼ੀਡੈਂਟ ਬਣ ਸਕਦਾ, ਠੀਕ ਹੈ। ਤਾਂ ਉਹਦੀ ਕੋਈ ਲਿਮਿਟ ਨਹੀਂ ਹੈਗੀ, ਨੋ ਲਿਮਿਟ, ਠੀਕ ਹੈ ਜੀ। ਤਾਂ ਉਹਦੀ ਕੋਈ ਲਿਮਿਟ ਨਹੀਂ ਹੈਗੀ, ਉਹ ਕਿੰਨੇ ਵਾਰ ਵੀ ਉਹ ਪ੍ਰੈਜ਼ੀਡੈਂਟ ਚੁਣਿਆ ਜਾ ਸਕਦਾ, ਠੀਕ ਹੈ। ਤਾਂ ਬਟ ਅਮਰੀਕਾ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕੋਈ ਵੀ ਬੰਦਾ 2 ਵਾਰੀ ਜਿਹੜਾ ਉਹ ਪ੍ਰੈਜ਼ੀਡੈਂਟ ਬਣ ਸਕਦਾ, ਉਸ ਤੋਂ ਬਾਅਦ ਪ੍ਰੈਜ਼ੀਡੈਂਟ ਨਹੀਂ ਬਣ ਸਕਦਾ ਅਮਰੀਕਾ ਦੇ USA ਦੇ ਵਿੱਚ। ਤਾਂ ਪਰ ਆਪਣੇ ਇੰਡੀਆ ਦੇ ਵਿੱਚ ਇਹ ਪ੍ਰਾਵਧਾਨ ਨਹੀਂ ਹੈਗਾ, ਇੰਡੀਆ ਦੇ ਵਿੱਚ ਕਿੰਨੇ ਵਾਰ ਵੀ ਬੰਦਾ ਪ੍ਰੈਜ਼ੀਡੈਂਟ ਬਣ ਸਕਦਾ। ਤਾਂ ਜਿਹੜਾ ਆਰਟੀਕਲ 56 ਉਹ ਦੱਸਦਾ ਕਿ ਜਿਹੜੀ ਆਫਿਸ ਦੀ ਟਰਮ ਹੈ ਉਹ 5 ਸਾਲ ਦੀ ਹੋਊ। ਅਗਲਾ ਜਿਹੜਾ ਆਪਣਾ ਆਰਟੀਕਲ ਹੈ ਆਰਟੀਕਲ 58 ਨੰਬਰ ਆਰਟੀਕਲ। ਇਹ ਆਪਾਂ ਨੂੰ ਦੱਸਦਾ ਕਿ ਰਾਸ਼ਟਰਪਤੀ ਦੀ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈ, ਕਿ ਜੇ ਤੁਸੀਂ ਰਾਸ਼ਟਰਪਤੀ ਬਣਨਾ ਹੈ ਤਾਂ ਉਹਦੀ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈ, ਠੀਕ ਹੈ। ਤਾਂ ਏਜ ਤੁਸੀਂ ਯਾਦ ਰੱਖਿਓ, ਏਜ ਮੈਂ ਜਿਹੜਾ ਆਪਣਾ ਪਹਿਲਾਂ ਵਾਲਾ ਸੈਸ਼ਨ ਆਪਣਾ ਪੋਲਿਟੀ ਦਾ ਹੋਇਆ ਉਹਦੇ ਵਿੱਚ ਵੀ ਸਾਰੇ ਇਹ ਕਵਰ ਕਰਵਾਇਆ ਹੋਇਆ। ਤਾਂ ਜਿਹੜੀ ਏਜ ਹੁੰਦੀ ਹੈ ਪ੍ਰੈਜ਼ੀਡੈਂਟ ਦੀ ਉਹ 35 ਸਾਲ ਹੋਣੀ ਜ਼ਰੂਰੀ ਹੈ, ਠੀਕ ਹੈ। ਪ੍ਰੈਜ਼ੀਡੈਂਟ ਬਣਨ ਦੇ ਲਈ ਜਿਹੜੀ ਏਜ ਹੈ ਤੁਹਾਡੀ ਉਹ 35 ਸਾਲ ਹੋਣੀ ਜ਼ਰੂਰੀ ਹੈ ਉਹਦੀ ਇਲੈਕਸ਼ਨਸ ਲੜਨ ਦੇ ਲਈ, ਠੀਕ ਹੈ। ਤਾਂ ਅਗਲਾ ਜਿਹੜਾ ਆਪਣਾ ਆਰਟੀਕਲ ਹੈ ਉਹ ਹੈ ਓਥ, ਯਾਨੀ ਕਿ ਸਹੁੰ। ਤਾਂ ਇਹ ਆਰਟੀਕਲ ਦੇ ਵਿੱਚ ਦੱਸਿਆ ਹੋਇਆ ਕਿ ਜਿਹੜਾ ਚੀਫ ਜਸਟਿਸ ਆਫ ਇੰਡੀਆ, ਠੀਕ ਹੈ, ਚੀਫ ਜਸਟਿਸ ਆਫ ਇੰਡੀਆ ਉਹ ਆਪਣੇ ਪ੍ਰੈਜ਼ੀਡੈਂਟ ਨੂੰ ਸਹੁੰ ਚੁਕਾਉਂਦਾ, ਠੀਕ ਹੈ ਜੀ। ਤਾਂ ਇਹ ਤੁਸੀਂ ਨਾਲ ਨੋਟ ਕਰਦੇ ਜਾਓ, ਚੀਫ ਜਸਟਿਸ ਆਫ ਇੰਡੀਆ ਪ੍ਰੈਜ਼ੀਡੈਂਟ ਨੂੰ ਸਹੁੰ ਚੁਕਾਉਂਦਾ। ਆਰਟੀਕਲ 60 ਦੇ ਵਿੱਚ ਇਹ ਲਿਖਿਆ ਗਿਆ, ਠੀਕ ਹੈ ਜੀ। ਤਾਂ ਅਗਲਾ ਜਿਹੜਾ ਆਪਣਾ ਆਰਟੀਕਲ ਹੈ ਉਹ ਹੈ ਆਰਟੀਕਲ 61 ਇਹਦੇ ਵਿੱਚ ਇੰਪੀਚਮੈਂਟ ਲਿਖੀ ਗਈ ਹੈ ਕਿ ਜਿਹੜਾ ਪ੍ਰੈਜ਼ੀਡੈਂਟ ਹੈ ਉਹਨੂੰ ਐਵੇਂ ਨਹੀਂ ਹਟਾਇਆ ਜਾ ਸਕਦਾ, ਉਹਦੀ ਇੱਕ ਫਰਦਰ ਇੰਪੀਚਮੈਂਟ ਹੁੰਦੀ ਹੈ, ਠੀਕ ਹੈ ਜੀ। ਇੰਪੀਚਮੈਂਟ ਯਾਨੀ ਕਿ ਦੋਨੋਂ ਸਦਨ ਜਦੋਂ ਮਹਾਦੋਸ਼ ਦਾ ਜਿਹੜਾ ਇੰਪੀਚਮੈਂਟ ਦਾ ਪ੍ਰਸਤਾਵ ਹੈ ਉਹ ਪਾਸ ਕਰ ਦਿੰਦੇ ਨੇ, ਠੀਕ ਹੈ। ਤਾਂ ਇੱਕ ਸਪੈਸ਼ਲ ਮੈਜੋਰਟੀ ਦੇ ਨਾਲ ਇਹਦਾ ਜਿਹੜਾ ਉਹ ਪਾਸ ਹੁੰਦਾ, ਜਿਹੜਾ ਇਹਦਾ ਰੈਜ਼ੋਲੂਸ਼ਨ ਹੈ, ਤਾਂ ਫਿਰ ਉਹ ਇੰਪੀਚ ਹੋ ਸਕਦਾ, ਠੀਕ ਹੈ। ਇਹਦੀ ਇੰਪੀਚਮੈਂਟ ਬਹੁਤ ਟਫ ਹੈ ਵੈਸੇ ਤਾਂ ਪ੍ਰੈਜ਼ੀਡੈਂਟ ਦੀ, ਤਾਂ ਇਹਨੂੰ ਇੰਪੀਚਮੈਂਟ ਤੋਂ ਬਿਨਾਂ ਇਹਨੂੰ ਨਹੀਂ ਹਟਾਇਆ ਜਾ ਸਕਦਾ, ਠੀਕ ਹੈ। ਇਹਦੀ ਇੱਕ ਇੰਪੀਚਮੈਂਟ ਹੁੰਦੀ ਹੈ। ਇੱਕ ਕੁਐਸਚਨ ਇਹ ਵੀ ਆਉਂਦਾ ਹੁੰਦਾ ਕਿ ਮਤਲਬ ਜੇਕਰ ਇਹਨਾਂ 'ਤੇ ਕੋਈ ਕ੍ਰਿਮੀਨਲ ਕੇਸ ਨਹੀਂ ਚਲਾਇਆ ਜਾ ਸਕਦਾ ਜਿੰਨਾ ਚਿਰ ਇਹਨਾਂ ਦਾ ਆਫਿਸ ਟਰਮ ਹੈ, ਤਾਂ ਆਫਿਸ ਟਰਮ ਦੇ ਦੌਰਾਨ ਇਹਨਾਂ ਦੇ ਉੱਤੇ ਕੋਈ ਵੀ ਕ੍ਰਿਮੀਨਲ ਕੇਸ ਆਪਾਂ ਇਹਨਾਂ ਦੇ ਉੱਪਰ ਚਲਾ ਨਹੀਂ ਸਕਦੇ ਅਤੇ ਇਹਨਾਂ ਨੂੰ ਕਸਟਡੀ ਦੇ ਵਿੱਚ ਵੀ ਨਹੀਂ ਲੈ ਸਕਦੇ, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਿਓ। ਤਾਂ ਆਰਟੀਕਲ 61 ਦੇ ਵਿੱਚ ਇਹਦੀ ਇੰਪੀਚਮੈਂਟ ਹੈ, ਠੀਕ ਹੈ ਜੀ। ਤਾਂ 60 ਤੇ 61 ਇਹ ਬਹੁਤ ਇੰਪੋਰਟੈਂਟ ਹੈ, ਵਾਰ-ਵਾਰ ਪੁੱਛੇ ਜਾਂਦੇ ਆਰਟੀਕਲ ਨੇ। ਅਗਲਾ ਜਿਹੜਾ ਆਪਣਾ ਆਰਟੀਕਲ ਹੈ ਆਰਟੀਕਲ 72 ਇਹਦੇ ਵਿੱਚ ਪਾਰਡਨ ਪਾਵਰ ਹੈ, ਠੀਕ ਹੈ ਜੀ। ਤਾਂ 72 ਦੇ ਵਿੱਚ ਪਾਰਡਨ ਪਾਵਰ ਦਾ ਕੀ ਮਤਲਬ ਹੈ ਕਿ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਸਜ਼ਾ ਨੂੰ ਘਟਾ ਵਧਾ ਸਕਦਾ, ਕਿਸੇ ਦੀ ਵੀ ਜਿਹੜੀ ਸਜ਼ਾ ਹੈ ਉਹਨੂੰ ਘਟਾ ਵਧਾ ਸਕਦਾ। ਇੱਕ ਇਹਦੇ 'ਚ ਬਹੁਤ ਵੱਡਾ ਜਿਹੜਾ ਪੁਆਇੰਟ ਹੈ ਉਹ ਇਹ ਹੈ ਕਿ ਜਿਹੜਾ ਆਪਣਾ ਪ੍ਰੈਜ਼ੀਡੈਂਟ ਹੈ ਇਹ ਡੈਥ ਪੈਨਲਟੀ ਨੂੰ ਵੀ ਮਾफ़ ਕਰ ਸਕਦਾ, ਠੀਕ ਹੈ। ਇਹਦੇ 'ਚ ਇੰਨੀ ਪਾਵਰ ਹੁੰਦੀ ਹੈ ਕਿ ਮੰਨ ਲਓ ਡੈਥ ਸੈਂਟੈਂਸ ਨੂੰ ਵੀ ਇਹ ਮਾफ़ ਕਰ ਸਕਦਾ। ਜੇਕਰ ਕਿਸੇ ਬੰਦੇ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਤਾਂ ਉਹਨੂੰ ਇਹ ਮਾफ़ ਕਰਕੇ ਹੋਰ ਸਜ਼ਾ 'ਚ ਕਨਵਰਟ ਕਰ ਸਕਦਾ, ਠੀਕ ਹੈ। ਇਹਦੇ 'ਚ ਇਹ ਪਾਵਰ ਹੁੰਦੀ ਹੈ, ਤਾਂ ਇਹ ਪਾਰਡਨ ਪਾਵਰ ਦੇ ਅੰਡਰ ਆਉਂਦਾ, ਠੀਕ ਹੈ ਜੀ। ਆਰਟੀਕਲ ਜਿਹੜਾ 143 ਹੈ ਆਪਣਾ, ਇਹਦੇ ਵਿੱਚ ਕੀ ਲਿਖਿਆ ਹੈ? ਆਰਟੀਕਲ 143 ਦੇ ਵਿੱਚ ਇਹ ਲਿਖਿਆ ਹੈ ਕਿ ਸੁਪਰੀਮ ਕੋਰਟ ਤੋਂ ਸਲਾਹ ਲੈ ਸਕਦਾ, ਠੀਕ ਹੈ ਜੀ। ਤਾਂ ਕਿਸੇ ਵੀ ਮੈਟਰ 'ਤੇ ਇਹ ਸੁਪਰੀਮ ਕੋਰਟ ਤੋਂ
ਸਲਾਹ ਲੈ ਸਕਦਾ, ਠੀਕ ਹੈ, ਕਿਉਂਕਿ ਸੁਪਰੀਮ ਕੋਰਟ ਕੋਲ ਕੀ ਹੁੰਦੀ ਹੈ, ਐਡਵਾਈਜ਼ਰੀ ਜੁਰਿਸਡਿਕਸ਼ਨ ਹੁੰਦੀ ਹੈ, ਠੀਕ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ। ਤਾਂ ਇਹ ਜਿਹੜੇ ਜਿੰਨੇ ਵੀ ਆਰਟੀਕਲ ਮੈਂ ਤੁਹਾਨੂੰ ਕਰਵਾ ਰਿਹਾ, ਇਹ ਇੱਕ ਇੱਕ ਆਰਟੀਕਲ ਚੰਗੀ ਤਰ੍ਹਾਂ ਯਾਦ ਕਰ ਲਿਓ, ਕਿਉਂਕਿ ਇਹੀ ਆਰਟੀਕਲ ਤੁਹਾਨੂੰ ਵਾਰ-ਵਾਰ ਪੁੱਛੇ ਜਾਂਦੇ ਨੇ। ਅਗਲਾ ਜਿਹੜਾ ਆਪਣੀ ਸਲਾਈਡ ਹੈ, ਇਹਦੇ ਵਿੱਚ ਆਪਾਂ ਪਾਰਲੀਮੈਂਟ ਬਾਰੇ ਲਿਖਿਆ ਹੋਇਆ, ਠੀਕ ਹੈ ਜੀ। ਤਾਂ ਪਾਰਲੀਮੈਂਟ ਬਾਰੇ ਵੈਸੇ ਆਪਾਂ, ਜੇ ਤੁਸੀਂ ਆਪਣੀ ਪੋਲਿਟੀ ਦੀ ਸੀਰੀਜ਼ ਦੇਖਣੀ ਹੈ ਤਾਂ ਪਲੇਲਿਸਟ ਦੇ ਵਿੱਚ ਜਾਓ, ਉੱਥੇ ਇੱਕ ਇੱਕ ਟੌਪਿਕ ਪੋਲਿਟੀ ਦਾ ਆਪਾਂ ਪੂਰੇ ਡਿਟੇਲ ਦੇ ਵਿੱਚ MCQ ਦੀ ਫਾਰਮ ਦੇ ਵਿੱਚ ਕੀਤਾ ਹੋਇਆ। ਤਾਂ ਉਹਦੇ ਵਿੱਚ ਪਾਰਲੀਮੈਂਟ ਵੀ ਇੱਕ ਟੌਪਿਕ ਹੈ, ਜਿਹਦੇ ਵਿੱਚ ਆਪਾਂ ਲੋਕ ਸਭਾ ਨੂੰ ਅਲੱਗ ਕੀਤਾ, ਰਾਜ ਸਭਾ ਨੂੰ ਅਲੱਗ ਕੀਤਾ, ਪਾਰਲੀਮੈਂਟ ਨੂੰ ਅਲੱਗ ਕੀਤਾ, ਠੀਕ ਹੈ। ਤਾਂ ਅਲੱਗ-ਅਲੱਗ ਟੌਪਿਕ ਇਹ ਆਪਾਂ ਪੂਰੇ ਡਿਟੇਲ ਦੇ ਵਿੱਚ ਕੀਤੇ ਨੇ, ਤੁਸੀਂ ਜਾ ਕੇ ਦੇਖ ਸਕਦੇ ਹੋ। ਤਾਂ ਪਾਰਲੀਮੈਂਟ ਆਪਣੀ, ਇਹਨੂੰ ਯਾਦ ਕਰਨ ਦਾ ਤਰੀਕਾ, ਇਹਦੀ ਸੀਰੀਜ਼ ਵਾਈਜ਼ ਹੀ ਇਹਦੇ ਆਰਟੀਕਲ ਲੱਗੇ ਹੋਏ ਨੇ। ਸਭ ਤੋਂ ਪਹਿਲਾਂ ਕੀ ਆਉਂਦੀ ਹੈ, ਆਪਣੀ ਪਾਰਲੀਮੈਂਟ ਆਉਂਦੀ ਹੈ। ਤਾਂ ਉਹ ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਹੈ, 79 ਦੇ ਵਿੱਚ। ਪਾਰਲੀਮੈਂਟ ਆਪਣੀ ਕਿਹਨੂੰ ਮਿਲਾ ਕੇ ਬਣਦੀ ਹੈ, ਇਹ ਵੀ ਪੁੱਛ ਲਿਆ ਜਾਂਦਾ ਕਈ ਵਾਰੀ ਸੁੱਤੋਂ। ਤਾਂ ਪਾਰਲੀਮੈਂਟ ਆਪਣੀ ਮਿਲਾ ਕੇ ਜਿਹੜੀ ਬਣਦੀ ਹੈ, ਉਹ ਬਣਦੀ ਹੈ ਲੋਕ ਸਭਾ, ਰਾਜ ਸਭਾ ਅਤੇ ਪ੍ਰੈਜ਼ੀਡੈਂਟ। 3 ਬੰਦਿਆਂ ਨੂੰ ਮਿਲਾ ਕੇ ਬਣਦੀ ਹੈ ਇਹ। 3 ਜਿਹੜੇ ਆਪਣੇ ਅਹੁਦੇ ਨੇ, ਲੋਕ ਸਭਾ, ਰਾਜ ਸਭਾ ਅਤੇ ਪ੍ਰੈਜ਼ੀਡੈਂਟ, ਠੀਕ ਹੈ। ਤਾਂ ਇਹਨਾਂ ਤਿੰਨਾਂ ਨੂੰ ਮਿਲਾ ਕੇ ਆਪਣੀ ਜਿਹੜੀ ਬਣਦੀ ਹੈ, ਪਾਰਲੀਮੈਂਟ ਬਣਦੀ ਹੈ। ਕਿਉਂਕਿ ਜਦੋਂ ਕੋਈ ਵੀ ਬਿੱਲ ਹੈ, ਉਹ ਲੋਕ ਸਭਾ 'ਚੋਂ ਪਾਸ ਹੁੰਦਾ ਹੈ, ਫਿਰ ਰਾਜ ਸਭਾ 'ਚੋਂ ਪਾਸ ਹੁੰਦਾ, ਫਿਰ ਪ੍ਰੈਜ਼ੀਡੈਂਟ ਦੇ ਸਾਈਨ ਹੁੰਦੇ ਆ, ਫਿਰ ਉਹ ਬਿੱਲ ਹੈ ਜਿਹੜਾ ਉਹ ਕਾਨੂੰਨ ਬਣਦਾ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਇਹਦਾ ਇੱਕ ਪ੍ਰੋਸੀਜਰ ਹੁੰਦਾ, ਠੀਕ ਹੈ ਜੀ। ਤਾਂ ਜਿਹੜਾ ਆਰਟੀਕਲ 79 ਹੈ, 79 ਨੰਬਰ ਆਰਟੀਕਲ ਹੈ, ਉਹ ਆਪਣੀ ਪਾਰਲੀਮੈਂਟ ਦੇ ਨਾਲ ਰਿਲੇਟਡ ਹੈ। ਉਸ ਤੋਂ ਬਾਅਦ ਆਪਣਾ ਸਭ ਤੋਂ ਪਹਿਲਾਂ ਆਪਣਾ ਵੱਡਾ ਸਦਨ ਆਊਗਾ। ਵੱਡਾ ਸਦਨ ਕਿਹੜਾ, ਰਾਜ ਸਭਾ, ਠੀਕ ਹੈ। ਤਾਂ ਰਾਜ ਸਭਾ ਇਹਨੂੰ ਹਾਊਸ ਆਫ ਐਲਡਰਸ ਵੀ ਕਿਹਾ ਜਾਂਦਾ, ਠੀਕ ਹੈ। ਵੱਡਾ ਸਦਨ ਹੈ ਇਹ। ਹਾਊਸ ਆਫ ਸਟੇਟਸ ਵੀ ਇਹਨੂੰ ਕਹਿੰਦੇ ਨੇ, ਕਾਊਂਸਲ ਆਫ ਸਟੇਟਸ ਵੀ ਕਹਿੰਦੇ ਨੇ, ਠੀਕ ਹੈ ਜੀ। ਤਾਂ ਰਾਜ ਸਭਾ ਬਾਰੇ ਆਪਾਂ ਪੂਰੇ ਡਿਟੇਲ ਦੇ ਵਿੱਚ ਪੜ੍ਹਿਆ ਹੋਇਆ, ਤੁਸੀਂ ਜਾ ਕੇ ਦੇਖ ਸਕਦੇ ਹੋ। ਤਾਂ ਪਹਿਲਾਂ ਵੱਡਾ ਸਦਨ ਆਊਗਾ, ਫਿਰ ਛੋਟਾ ਸਦਨ ਆਊਗਾ, ਠੀਕ ਹੈ। ਤਾਂ ਪਹਿਲਾਂ ਆਊਗਾ ਰਾਜ ਸਭਾ 81 ਨੰਬਰ 'ਤੇ ਲੋਕ ਸਭਾ, ਠੀਕ ਹੈ। 79, 80, 81 ਸੀਰੀਜ਼ ਵਾਈਜ਼ ਇਹ ਆਰਟੀਕਲ ਨੇ, ਤੁਹਾਡੇ ਯਾਦ ਹੋ ਜਾਣਗੇ, ਬਹੁਤ ਸਿੰਪਲ ਨੇ, ਠੀਕ ਹੈ। 79 ਦੇ ਵਿੱਚ ਪਾਰਲੀਮੈਂਟ, ਉਸ ਤੋਂ ਬਾਅਦ ਵੱਡਾ ਸਦਨ, ਫਿਰ ਛੋਟਾ ਸਦਨ। ਤਾਂ ਵੱਡਾ ਸਦਨ ਕਿਹੜਾ, ਰਾਜ ਸਭਾ, ਅਤੇ ਛੋਟਾ ਸਦਨ ਕਿਹੜਾ, ਲੋਕ ਸਭਾ। ਆਰਟੀਕਲ 81, ਠੀਕ ਹੈ। ਤਾਂ ਰਾਜ ਸਭਾ ਤੁਹਾਨੂੰ ਪਤਾ ਕਿ ਇੱਕ ਇਹੋ ਜਿਹੀ ਬੋਡੀ ਹੈ ਜਿਹਨੂੰ ਆਪਾਂ ਭੰਗ ਨਹੀਂ ਕਰ ਸਕਦੇ, ਠੀਕ ਹੈ। ਤਾਂ ਇੱਕ ਮਤਲਬ ਸਥਾਈ ਸਦਨ ਹੈ ਇਹ, ਠੀਕ ਹੈ। ਸਟੇਬਲ ਹੈ ਇਹ, ਸਥਾਈ ਸਦਨ ਹੈ। ਤਾਂ ਇਹਨੂੰ ਆਪਾਂ ਭੰਗ ਨਹੀਂ ਕਰ ਸਕਦੇ। ਬਟ ਇਹਦੇ ਜਿਹੜੇ ਮੈਂਬਰ ਹੁੰਦੇ ਨੇ, ਉਹਨਾਂ ਦਾ ਜਿਹੜਾ ਕਾਰਜਕਾਲ ਹੁੰਦਾ, ਉਹ ਹੁੰਦਾ 6 ਸਾਲ, ਠੀਕ ਹੈ। ਇਹਦੇ 1/3 ਮੈਂਬਰ ਹਰ 2 ਸਾਲ ਬਾਅਦ ਰਿਟਾਇਰ ਹੁੰਦੇ ਰਹਿੰਦੇ ਨੇ। ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਆਪਾਂ ਪੂਰੇ ਡਿਟੇਲ ਦੇ ਵਿੱਚ ਕਰਵਾਇਆ ਹੋਇਆ। ਆਪਣੀ ਪੋਲਿਟੀ ਦੀ ਸੀਰੀਜ਼ ਜਾ ਕੇ ਦੇਖੋ, ਤਾਂ ਤੁਹਾਨੂੰ ਸਾਰਾ ਪੂਰੇ ਡਿਟੇਲ ਦੇ ਵਿੱਚ ਸਮਝ ਆਊਗਾ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਆਰਟੀਕਲ ਹੈ, ਇਹ 81 ਨੰਬਰ ਲੋਕ ਸਭਾ, ਇਹਨੂੰ ਹਾਊਸ ਆਫ ਪੀਪਲਸ ਵੀ। ਲੋਕ ਸਭਾ ਬਾਰੇ ਇੱਕ ਚੀਜ਼ ਫੇਮਸ ਹੈ ਕਿ ਜਿਹੜਾ ਮਨੀ ਬਿੱਲ ਹੈ, ਉਹ ਕੇਵਲ ਲੋਕ ਸਭਾ ਦੇ ਵਿੱਚ ਪਹਿਲਾਂ ਪਾਸ ਹੁੰਦਾ, ਠੀਕ ਹੈ ਜੀ। ਤਾਂ ਲੋਕ ਸਭਾ ਦਾ ਉਹਦੇ 'ਤੇ ਪੂਰਾ ਹੱਕ ਹੁੰਦਾ। ਲੋਕ ਸਭਾ ਜਦੋਂ ਉਹਨੂੰ ਪਾਸ ਕਰ ਦਿੰਦਾ, ਉਹ ਰਾਜ ਸਭਾ ਨੂੰ ਭੇਜ ਦਿੰਦਾ। ਰਾਜ ਸਭਾ ਉਹ ਬਿੱਲ ਨੂੰ 14 ਦਿਨਾਂ ਵਾਸਤੇ ਰੋਕ ਕੇ ਰੱਖ ਸਕਦਾ, ਅਤੇ ਉਸ ਤੋਂ ਬਾਅਦ ਉਹ ਬਿੱਲ ਹੈ ਜਿਹੜਾ ਐਟੋਮੈਟਿਕਲੀ ਪਾਸ ਹੋ ਜਾਂਦਾ, ਠੀਕ ਹੈ ਜੀ, ਪਾਸ ਮੰਨਿਆ ਜਾਂਦਾ। ਤਾਂ ਜਿਹੜਾ ਮਨੀ ਬਿੱਲ ਇੱਕ ਇਹੋ ਜਿਹਾ ਬਿੱਲ ਹੈ ਜਿਹਨੂੰ ਰਾਸ਼ਟਰਪਤੀ ਹੈ ਜਿਹੜਾ, ਉਹ ਪੋਕਟ ਵੀਟੋ ਦੇ ਲਈ ਨਹੀਂ ਰੱਖ ਸਕਦਾ, ਠੀਕ ਹੈ। ਨਹੀਂ, ਉਹ ਪੋਕਟ ਵੀਟੋ ਉਹਦੇ ਕੋਲ ਪਾਵਰ ਹੁੰਦੀ ਹੈ ਕਿ ਉਹ ਬਿੱਲ ਨੂੰ ਮਤਲਬ ਪੈਂਡਿੰਗ ਰੱਖ ਸਕਦਾ। ਬਟ ਮਨੀ ਬਿੱਲ ਇੱਕ ਇਹੋ ਜਿਹਾ ਬਿੱਲ ਹੈ ਜਿਹਨੂੰ ਉਹ ਪੈਂਡਿੰਗ ਨਹੀਂ ਰੱਖ ਸਕਦਾ, ਅਤੇ ਉਹਦਾ ਪੂਰਾ ਹੱਕ ਕਿਹਦਾ ਹੁੰਦਾ, ਲੋਕ ਸਭਾ ਦਾ, ਠੀਕ ਹੈ ਜੀ। ਤਾਂ ਇਹ ਤਿੰਨੋਂ ਆਰਟੀਕਲ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਿਓ, ਕਿਉਂਕਿ ਇਹ ਤੁਹਾਨੂੰ ਪੇਪਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ, ਠੀਕ ਹੈ ਜੀ। ਤਾਂ ਇਹ ਜਿਹੜੀ ਵੀਡੀਓ ਆਪਣੀ ਸਿਰਫ ਪੰਜਾਬ ਦੇ ਪੇਪਰਾਂ ਲਈ ਹੀ ਨਹੀਂ, ਸਗੋਂ ਜਿਹੜੇ ਇੰਡੀਆ ਲੈਵਲ ਦੇ ਪੇਪਰ ਹੁੰਦੇ ਆ, SSC ਦੇ, ਜਿਨ੍ਹਾਂ ਦੇ ਵਿੱਚ ਵੀ ਕੌਂਸਟੀਟਿਊਸ਼ਨ ਬਾਰੇ ਪੁੱਛਿਆ ਜਾਂਦਾ, ਉਹ ਸਾਰੇ ਪੇਪਰਾਂ ਦੇ ਵਿੱਚ ਇਹ ਆਪਣੀ ਵੀਡੀਓ ਤੁਹਾਨੂੰ ਬਹੁਤ ਕੰਮ ਦੇਊਗੀ, ਠੀਕ ਹੈ ਜੀ। ਅਗਲੀ ਜਿਹੜੀ ਆਪਣੀ ਸਲਾਈਡ ਹੈ, ਉਹ ਹੈ ਕੌਂਸਟੀਟਿਊਸ਼ਨਲ ਬੋਡੀਜ਼। ਇਹ ਆਪਾਂ ਨੂੰ ਬਹੁਤ ਵਾਰੀ ਪੁੱਛਿਆ ਜਾਂਦਾ ਕਿ ਇਹਨਾਂ 'ਚੋਂ ਕਿਹੜੀ ਕੌਂਸਟੀਟਿਊਸ਼ਨਲ ਬੋਡੀ ਹੈਗੀ ਹੈ, ਕਿਹੜੀ ਨਹੀਂ ਹੈਗੀ, ਠੀਕ ਹੈ। ਇਹ ਆਪਾਂ ਨੂੰ ਵਾਰ-ਵਾਰ ਕੁਐਸਚਨ ਪੁੱਛੇ ਜਾਂਦੇ ਨੇ। ਤਾਂ ਆਰਟੀਕਲ ਜਿਹੜਾ 76 ਹੈ, ਇਹ ਆਪਣਾ ਅਟਾਰਨੀ ਜਨਰਲ, ਠੀਕ ਹੈ। ਇਹ ਤੁਸੀਂ ਕੱਲੀ ਜਿਹੜੀ ਆਪਣੀ ਕੌਂਸਟੀਟਿਊਸ਼ਨਲ ਬੋਡੀ ਹੈ ਯਾਦ ਕਰ ਲਿਓ। ਜਿਹੜਾ ਆਰਟੀਕਲ 76 ਹੈ, ਕਿਹਦੇ ਨਾਲ ਰਿਲੇਟਡ ਹੈ, ਅਟਾਰਨੀ ਜਨਰਲ ਦੇ ਨਾਲ, ਠੀਕ ਹੈ। ਅਟਾਰਨੀ ਜਨਰਲ ਕੀ ਹੁੰਦਾ, ਫਸਟ ਲਾਅ ਆਫਿਸਰ ਆਫ ਇੰਡੀਆ। ਫਸਟ ਲਾਅ ਆਫਿਸਰ ਆਫ ਇੰਡੀਆ ਵੀ ਇਹਨੂੰ ਕਿਹਾ ਜਾਂਦਾ। ਇੱਕ ਇਹਦਾ ਸਹਾਇਕ ਹੁੰਦਾ ਹੈਗਾ, ਉਹਨੂੰ ਕਿਹਾ ਜਾਂਦਾ ਸੋਲੀਸਿਟਰ ਜਨਰਲ ਆਫ ਇੰਡੀਆ, ਠੀਕ ਹੈ ਜੀ। ਤਾਂ ਫਸਟ ਲਾਅ ਆਫਿਸਰ ਤਾਂ ਆਪਣਾ ਹੁੰਦਾ ਅਟਾਰਨੀ ਜਨਰਲ। ਜੇ ਤੁਹਾਨੂੰ ਸੈਕਿੰਡ ਆ ਜੇ ਤਾਂ ਸੈਕਿੰਡ ਹੁੰਦਾ ਸੋਲੀਸਿਟਰ ਜਨਰਲ ਆਫ ਇੰਡੀਆ, ਠੀਕ ਹੈ। ਇਹਦਾ ਅਸਿਸਟੈਂਟ ਹੁੰਦਾ ਉਹ, ਇਹ ਤੁਸੀਂ ਯਾਦ ਰੱਖਣਾ, ਠੀਕ ਹੈ। ਇਹ ਕੁਐਸਚਨ ਵੀ ਬਹੁਤ ਵਾਰੀ ਆਇਆ ਹੋਇਆ। ਤਾਂ ਆਰਟੀਕਲ 76 ਆਪਾਂ ਨੂੰ ਕਿਹਦੇ ਬਾਰੇ ਦੱਸਦਾ, ਅਟਾਰਨੀ ਜਨਰਲ ਬਾਰੇ, ਠੀਕ ਹੈ, ਫਸਟ ਲਾਅ ਆਫਿਸਰ ਆਫ ਇੰਡੀਆ। ਤਾਂ ਜਿਹੜੀ ਆਪਣੀ ਸਰਕਾਰ ਹੈ, ਇਹ ਤੋਂ ਸਲਾਹ ਲੈਂਦੀ ਹੈ ਕਿਸੇ ਵੀ ਲੀਗਲ ਮੈਟਰ ਦੇ ਉੱਤੇ, ਅਟਾਰਨੀ ਜਨਰਲ ਤੋਂ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਅਟਾਰਨੀ ਜਨਰਲ ਬਾਰੇ ਇੱਕ ਤੁਸੀਂ ਯਾਦ ਰੱਖਿਓ ਕਿ ਅਟਾਰਨੀ ਜਨਰਲ ਹੈ ਜਿਹੜਾ, ਇਹ ਕਿਸੇ ਵੀ ਕੋਰਟ ਦੇ ਵਿੱਚ ਦੀ ਸੁਣਵਾਈ ਇਹ ਸੁਣ ਸਕਦਾ, ਠੀਕ ਹੈ। ਜਾ ਵੀ ਸਕਦਾ ਸਾਰੀਆਂ ਕੋਰਟ ਦੇ, ਇਹ ਮਤਲਬ ਉਹ ਅਟੈਂਡ ਵੀ ਕਰ ਸਕਦਾ ਜਿਹੜੇ ਸੈਸ਼ਨ ਹੁੰਦੇ ਨੇ। ਬਟ ਇਹ ਵੋਟ ਨਹੀਂ ਕਰ ਸਕਦਾ, ਠੀਕ ਹੈ। ਵੋਟ ਇਹ ਕਰ ਨਹੀਂ ਸਕਦਾ, ਉਹ ਇਹਨੂੰ ਅਧਿਕਾਰ ਨਹੀਂ ਹੁੰਦਾ, ਠੀਕ ਹੈ। ਇਹ ਆਪਾਂ ਨੂੰ ਕੁਐਸਚਨ ਆਉਂਦਾ ਹੁੰਦਾ ਹੈਗਾ ਵਾਰ-ਵਾਰ। ਅਗਲਾ ਜਿਹੜਾ ਆਪਣਾ ਆਰਟੀਕਲ ਹੈ, ਉਹ ਹੈ ਕੈਗ ਦੇ ਨਾਲ ਰਿਲੇਟਡ, ਕੰਪਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ, ਠੀਕ ਹੈ। ਜਿਹੜਾ ਆਪਣਾ ਆਡਿਟ ਦਾ ਕੰਮ ਸੰਭਾਲਦਾ, ਆਡਿਟ ਕਰਦਾ, ਉਹ ਕੰਪਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਕਰਦਾ, ਠੀਕ ਹੈ। ਆਰਟੀਕਲ 148 ਦੇ ਵਿੱਚ ਆਉਂਦਾ, ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ।
ਅਗਲਾ ਜਿਹੜਾ ਆਪਣਾ ਆਰਟੀਕਲ ਹੈ 165 ਨੰਬਰ ਆਰਟੀਕਲ, ਇਹ ਹੈ ਐਡਵੋਕੇਟ ਜਨਰਲ ਆਫ ਸਟੇਟ। ਜਿਵੇਂ ਆਪਣਾ ਫਸਟ ਲਾ ਆਫਿਸਰ ਆਫ ਇੰਡੀਆ ਤਾਂ ਹੈਗਾ ਅਟੋਰਨੀ ਜਨਰਲ, ਜੇ ਤੁਹਾਨੂੰ ਪੁੱਛਿਆ ਜਾਵੇ ਫਸਟ ਲਾ ਆਫਿਸਰ ਆਫ ਏ ਸਟੇਟ ਤਾਂ ਉਹ ਹੁੰਦਾ ਐਡਵੋਕੇਟ ਜਨਰਲ ਆਫ ਏ ਸਟੇਟ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ ਜੀ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਆਰਟੀਕਲ ਹੈ ਉਹ ਹੈ ਆਰਟੀਕਲ 279A। ਇਹ ਆਰਟੀਕਲ ਆਪਣਾ GST ਦੇ ਨਾਲ ਸੰਬੰਧਿਤ ਹੈ। GST ਬਾਰੇ ਤੁਹਾਨੂੰ ਕੁਐਸਚਨ ਆ ਸਕਦਾ ਕਿਉਂਕਿ GST ਆਪਣਾ ਇੱਕ ਜਿਹੜਾ ਹੈਗਾ ਗੁੱਡਸ ਐਂਡ ਸਰਵਿਸ ਟੈਕਸ ਹੈਗਾ, ਠੀਕ ਹੈ। ਇਹਦੇ ਬਾਰੇ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ। ਤਾਂ ਇਹ ਇਹਦਾ ਜਿਹੜਾ ਆਰਟੀਕਲ ਕਿਹੜਾ, ਇਹ ਕੌਂਸਟੀਟਿਊਸ਼ਨਲ ਬੋਡੀ ਹੈ, ਇਹ ਤੁਸੀਂ ਯਾਦ ਰੱਖਣਾ, ਠੀਕ ਹੈ। ਤਾਂ 279A ਇਹਦਾ ਆਰਟੀਕਲ ਹੈ। ਅਗਲਾ ਜਿਹੜਾ ਆਪਣਾ ਆਰਟੀਕਲ ਹੈ 280, ਇਹ ਆਪਣਾ ਫਾਈਨਾਂਸ ਕਮਿਸ਼ਨ ਦੇ ਨਾਲ ਸੰਬੰਧਿਤ ਹੈ। ਆਰਟੀਕਲ 280 ਇਹ ਵੀ ਬਹੁਤ ਇੰਪੋਰਟੈਂਟ ਹੈ, ਠੀਕ ਹੈ ਜੀ। ਇਹ ਵੀ ਆਪਣੀ ਇੱਕ ਕੌਂਸਟੀਟਿਊਸ਼ਨਲ ਬੋਡੀ ਹੈ। ਤਾਂ ਇਹ ਵੀ ਤੁਸੀਂ ਧਿਆਨ ਰੱਖੋ ਨਾ ਕਿ ਕਿਹੜੀਆਂ ਜਿਹੜੀਆਂ ਮੈਂ ਤੁਹਾਨੂੰ ਜਿਹੜੀਆਂ ਇਹ ਕਵਰ ਕਰਵਾ ਰਿਹਾ, ਇਹ ਸਾਰੀਆਂ ਕੌਂਸਟੀਟਿਊਸ਼ਨਲ ਬੋਡੀਜ਼ ਨੇ, ਠੀਕ ਹੈ। ਇਹਦੀ ਇੱਕ ਅਲੱਗ ਆਪਣਾ ਨੋਟਸ ਬਣਾਉਂਦੇ ਹੋਏ ਇੱਕ ਅਲੱਗ ਪੇਜ 'ਤੇ ਇਹਨਾਂ ਨੂੰ ਮੈਂਸ਼ਨ ਕਰ ਲਿਓ। ਤਾਂ ਆਰਟੀਕਲ ਜਿਹੜਾ 315 ਹੈ, ਇਹ ਆਪਣਾ UPSC ਦੇ ਨਾਲ ਸੰਬੰਧਿਤ ਹੈ, ਠੀਕ ਹੈ ਜੀ। UPSC ਦੇ ਨਾਲ ਸੰਬੰਧਿਤ ਹੈ। ਜਿਹੜੇ ਆਪਣੇ UPSC ਦੇ ਪੇਪਰ ਹੁੰਦੇ ਨੇ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, ਠੀਕ ਹੈ ਜੀ। ਇਹਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹ ਆਰਟੀਕਲ 315 ਦੇ ਵਿੱਚ ਲਿਖਿਆ ਗਿਆ ਅਤੇ ਇਹ ਆਪਣੀ ਇੱਕ ਕੌਂਸਟੀਟਿਊਸ਼ਨਲ ਬੋਡੀ ਹੈ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਆਰਟੀਕਲ ਹੈ ਆਰਟੀਕਲ 324, ਠੀਕ ਹੈ। ਇਹ ਆਪਣਾ ਇਲੈਕਸ਼ਨ ਕਮਿਸ਼ਨ, ਜਿਹੜਾ ਆਪਣਾ ਸਾਰੇ ਮਤਲਬ ਜਿੰਨੇ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਠੀਕ ਹੈ, ਤਾਂ ਲੈਜਿਸਲੇਟਿਵ ਅਸੈਂਬਲੀ, ਲੋਕ ਸਭਾ, ਜਿੰਨੀਆਂ ਵੀ ਇਲੈਕਸ਼ਨ ਹੁੰਦੀਆਂ ਨੇ ਤਾਂ ਉਹ ਸਾਰੀਆਂ ਇਲੈਕਸ਼ਨ ਕੌਣ ਕਰਾਉਂਦਾ? ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਠੀਕ ਹੈ। ਇਹ ਆਪਣੀ ਕੌਂਸਟੀਟਿਊਸ਼ਨਲ ਬੋਡੀ ਹੈ। ਆਰਟੀਕਲ 324 ਦੇ ਵਿੱਚ ਲਿਖਿਆ ਗਿਆ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਆਰਟੀਕਲ ਹੈ ਆਰਟੀਕਲ 338, ਇਹ ਆਪਾਂ ਨੂੰ ਦੱਸਦਾ ਨੈਸ਼ਨਲ ਕਮਿਸ਼ਨ ਫਾਰ SC, ਅਤੇ 338 ਦੇ ਨਾਲ ਇਹਨੂੰ ਫਰਦਰ ਸੈਕਸ਼ਨ ਦੇ ਵਿੱਚ ਵੰਡਿਆ ਹੋਇਆ। 338A ਆਪਾਂ ਨੂੰ ਦੱਸਦਾ ST ਬਾਰੇ, ਅਤੇ 338B ਆਪਾਂ ਨੂੰ ਦੱਸਦਾ ਬੈਕਵਰਡ ਕਲਾਸਿਸ ਬਾਰੇ, ਠੀਕ ਹੈ। SC ST ਅਤੇ ਬੈਕਵਰਡ ਕਲਾਸਿਸ, ਇਹ ਵੀ ਇੱਕ ਕਮਿਸ਼ਨ ਬਣਿਆ ਹੋਇਆ, ਨੈਸ਼ਨਲ ਕਮਿਸ਼ਨ ਫਾਰ SC ST ਅਤੇ ਬੈਕਵਰਡ ਕਲਾਸਿਸ। ਤਾਂ ਇਹ ਵੀ ਆਪਣੀ ਇੱਕ ਕੌਂਸਟੀਟਿਊਸ਼ਨਲ ਬੋਡੀ ਹੈ, ਇਹ ਵੀ ਤੁਸੀਂ ਯਾਦ ਰੱਖਿਓ, ਠੀਕ ਹੈ। ਤਾਂ ਇਹ ਤੁਹਾਨੂੰ ਮਿਲ ਸਕਦੇ ਆ ਇਹੋ ਜਿਹੇ ਆਰਟੀਕਲ, ਅਤੇ ਕੌਂਸਟੀਟਿਊਸ਼ਨਲ ਬੋਡੀਜ਼ ਬਾਰੇ ਤਾਂ ਬਹੁਤ ਵਾਰੀ ਆਪਾਂ ਨੂੰ ਪੇਪਰਾਂ ਦੇ ਵਿੱਚ ਪੁੱਛਿਆ ਜਾਂਦਾ, ਠੀਕ ਹੈ ਜੀ, ਬਹੁਤ ਇੰਪੋਰਟੈਂਟ ਹੈ। ਅਗਲੇ ਜਿਹੜੇ ਆਪਣੇ ਕੁਛ ਰੈਂਡਮ ਆਰਟੀਕਲ ਨੇ, ਜਿਹੜੇ ਆਪਾਂ ਨੂੰ ਵਾਰ-ਵਾਰ ਪੇਪਰਾਂ ਦੇ ਵਿੱਚ ਰਿਪੀਟ ਹੁੰਦੇ ਨੇ, ਡਾਇਰੈਕਟ ਪੁੱਛੇ ਜਾਂਦੇ ਨੇ। ਪਹਿਲਾ ਜਿਹੜਾ ਆਪਣਾ ਆਰਟੀਕਲ ਹੈ ਇਹਦੇ ਵਿੱਚ ਹੈ ਆਰਟੀਕਲ 44, ਇਹ ਆਪਣਾ ਯੂਨੀਫਾਰਮ ਸਿਵਲ ਕੋਡ ਨਾਲ ਸੰਬੰਧਿਤ ਹੈ, ਠੀਕ ਹੈ ਜੀ। ਤਾਂ ਇਹ ਆਪਣਾ DPSP ਦੇ ਵਿੱਚ ਆਉਂਦਾ, ਠੀਕ ਹੈ। 36 ਤੋਂ ਲੈ ਕੇ 51 ਤੱਕ ਜਿਹੜੇ ਆਪਣੇ ਆਰਟੀਕਲ ਨੇ DPSP ਨਾਲ ਸੰਬੰਧਿਤ ਨੇ। ਤਾਂ ਆਰਟੀਕਲ ਜਿਹੜਾ 44 ਹੈ ਯੂਨੀਫਾਰਮ ਸਿਵਲ ਕੋਡ ਦੇ ਨਾਲ ਸੰਬੰਧਿਤ ਹੈ। ਦਲ ਬਦਲੂ ਜਿਹੜਾ ਹੁੰਦਾ ਆਪਣੀ ਨੀਤੀ, ਤਾਂ ਉਹਦੇ ਵਿਰੁੱਧ ਹੈ ਇਹ, ਠੀਕ ਹੈ। ਆਰਟੀਕਲ 44 ਦੇ ਵਿੱਚ ਲਿਖਿਆ ਗਿਆ ਯੂਨੀਫਾਰਮ ਸਿਵਲ ਕੋਡ ਬਾਰੇ। ਅਗਲਾ ਜਿਹੜਾ ਆਪਣਾ ਆਰਟੀਕਲ ਹੈ ਆਰਟੀਕਲ 50, ਸੈਪਰੇਸ਼ਨ ਆਫ ਜੁਡੀਸ਼ਰੀ ਫਰੋਮ ਐਗਜ਼ੈਕਟਿਵ, ਠੀਕ ਹੈ। ਤਾਂ ਇਹ ਵੀ ਆਪਣਾ ਇੱਕ DPSP ਦਾ ਪਾਰਟ ਹੈ, ਠੀਕ ਹੈ। ਇਹ ਆਪਾਂ ਨੂੰ ਪੁੱਛ ਲੈਂਦੇ ਨੇ ਕਈ ਵਾਰੀ ਕਿ ਇਹ ਕਿਹੜੇ ਆਰਟੀਕਲ ਦੇ ਵਿੱਚ ਲਿਖਿਆ ਕਿ ਜਿਹੜੀ ਆਪਣੀ ਜੁਡੀਸ਼ਰੀ ਹੈ ਉਹ ਐਗਜ਼ੈਕਟਿਵ ਤੋਂ ਅਲੱਗ ਰਹਿ ਕੇ ਕੰਮ ਕਰੂਗੀ, ਠੀਕ ਹੈ। ਐਗਜ਼ੈਕਟਿਵ ਤਾਂ ਆਪਣੇ ਆ ਗਏ, ਮਤਲਬ ਜਿਹੜੇ ਲੀਡਰ ਆ ਗਏ ਸਾਰੇ, ਠੀਕ ਹੈ, ਜਿੰਨੀ ਆਪਣੇ ਕੈਬਨਿਟ ਮਿਨਿਸਟਰ ਵਗੈਰਾ ਉਹ ਸਾਰੇ ਆ ਗਏ, ਤਾਂ ਉਹ ਆ ਗਏ ਆਪਣੇ ਐਗਜ਼ੈਕਟਿਵ। ਬਟ ਜਿਹੜੀ ਜੁਡੀਸ਼ਰੀ ਆ ਗਈ ਉਹਦੇ ਵਿੱਚ ਆਪਣੇ ਜੱਜ ਆ ਗਏ, ਵਕੀਲ ਆ ਗਏ, ਠੀਕ ਹੈ। ਇਹ ਆਪਾਂ ਕਦੇ ਦੇਖਿਆ ਕਿ ਜੱਜ ਅਤੇ ਜਿਹੜੇ ਆਪਣੇ ਜੱਜਿਸ ਨੇ ਅਤੇ ਆਪਣੇ ਜਿਹੜੇ ਐਗਜ਼ੈਕਟਿਵ ਮੈਂਬਰ ਨੇ ਕੈਬਨਿਟ, ਉਹ ਇਕੱਠੇ ਬਹਿ ਕੇ ਕੰਮ ਕਰ ਰਹੇ ਨੇ, ਠੀਕ ਹੈ। ਇਹ ਕਦੇ ਨਹੀਂ ਹੋ ਸਕਦਾ। ਤਾਂ ਇਹ ਕਿਉਂ ਨਹੀਂ ਹੋ ਸਕਦਾ? ਕਿਉਂਕਿ ਇਹ ਆਰਟੀਕਲ 50 ਦੇ ਵਿੱਚ ਲਿਖਿਆ ਹੋਇਆ, ਆਰਟੀਕਲ 50 ਦੇ ਵਿੱਚ ਲਿਖਿਆ ਹੋਇਆ ਕਿ ਜਿਹੜੀ ਜੁਡੀਸ਼ਰੀ ਹੈ ਉਹ ਐਗਜ਼ੈਕਟਿਵ ਤੋਂ ਸੈਪਰੇਟ ਰਹਿ ਕੇ ਕੰਮ ਕਰੂਗੀ, ਠੀਕ ਹੈ। ਤਾਂ ਆਰਟੀਕਲ 50 DPSP ਦਾ ਪਾਰਟ ਹੈ। ਅਗਲਾ ਜਿਹੜਾ ਆਪਣਾ ਆਰਟੀਕਲ ਹੈ ਇਹ ਹੈ ਜੁਆਇੰਟ ਸਿਟਿੰਗ ਬਾਰੇ, ਬਹੁਤ ਇੰਪੋਰਟੈਂਟ ਆਰਟੀਕਲ ਹੈ, ਠੀਕ ਹੈ ਜੀ। ਤਾਂ ਜੁਆਇੰਟ ਸਿਟਿੰਗ ਨੂੰ ਬੁਲਾਉਂਦਾ ਕੌਣ ਹੈ? ਇਹ ਤੁਹਾਨੂੰ 2 ਟਾਈਪ ਦਾ ਕੁਐਸਚਨ ਆਉਂਦਾ। ਸਭ ਤੋਂ ਪਹਿਲਾਂ ਤਾਂ ਕਿ ਜੁਆਇੰਟ ਸਿਟਿੰਗ ਨੂੰ ਬੁਲਾਉਂਦਾ ਕੌਣ ਹੈ? ਤਾਂ ਉਹ ਬੁਲਾਉਂਦਾ ਆਪਣਾ ਪ੍ਰੈਜ਼ੀਡੈਂਟ। 108 ਦੇ ਅੰਡਰ, ਆਰਟੀਕਲ 108 ਦੇ ਵਿੱਚ ਆਪਣੀ ਜੁਆਇੰਟ ਸਿਟਿੰਗ ਬਾਰੇ ਲਿਖਿਆ ਹੋਇਆ, ਠੀਕ ਹੈ। ਤਾਂ ਉਹ ਕੌਣ ਬੁਲਾਉਂਦਾ? ਪ੍ਰੈਜ਼ੀਡੈਂਟ। ਅਤੇ ਉਹਨੂੰ ਪ੍ਰੀਜ਼ਾਈਡ ਕੌਣ ਕਰਦਾ? ਇੱਕ ਕੁਐਸਚਨ ਇਹ ਆਉਂਦਾ, ਠੀਕ ਹੈ। ਉਹਦੀ ਅਧਿਅਕਸ਼ਤਾ ਕੌਣ ਕਰਦਾ? ਉਹ ਕਰਦਾ ਲੋਕ ਸਭਾ ਦਾ ਸਪੀਕਰ, ਠੀਕ ਹੈ ਜੀ। ਬੁਲਾਉਂਦਾ ਉਹਨੂੰ ਰਾਸ਼ਟਰਪਤੀ ਹੈ, ਬਟ ਜਦੋਂ ਦੋਨਾਂ ਸਦਨਾਂ ਅੱਗੇ ਉਹ ਬੁਲਾ ਲਏ ਜਾਂਦੇ ਨੇ, ਠੀਕ ਹੈ। ਜਦੋਂ ਕਿਸੇ ਬਿੱਲ ਦੇ ਉੱਤੇ ਕੋਈ ਮਸਲਾ ਉਲਝ ਜਾਂਦਾ ਤਾਂ ਉਹ ਦੋਨੋਂ ਸਦਨ ਇਕੱਠੇ ਬੁਲਾਏ ਜਾਂਦੇ ਨੇ, ਤਾਂ ਇਹਨੂੰ ਜੁਆਇੰਟ ਸਿਟਿੰਗ ਕਹਿੰਦੇ ਨੇ, ਠੀਕ ਹੈ। ਤਾਂ ਜਦੋਂ ਜੁਆਇੰਟ ਸਿਟਿੰਗ ਆ ਕੇ ਬੈਠ ਗਈ ਤਾਂ ਉਹਨਾਂ ਦੇ ਸਾਹਮਣੇ ਕੌਣ ਬੈਠੂ? ਉਹਨਾਂ ਦਾ ਲੀਡਰ ਕੌਣ ਹੋਊ? ਉਹ ਹੋਊਗਾ ਆਪਣਾ ਸਪੀਕਰ ਆਫ ਲੋਕ ਸਭਾ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਆਰਟੀਕਲ ਹੈ ਆਰਟੀਕਲ 110, ਇਹ ਮਨੀ ਬਿੱਲ ਬਾਰੇ ਹੈ, ਠੀਕ ਹੈ। ਮਨੀ ਬਿੱਲ ਤੁਹਾਨੂੰ ਪਤਾ ਕਿ ਆਪਣਾ ਲੋਕ ਸਭਾ ਦੇ ਵਿੱਚ ਹੀ ਪੇਸ਼ ਹੁੰਦਾ ਹੈਗਾ, ਠੀਕ ਹੈ। ਮਨੀ ਬਿੱਲ ਆਰਟੀਕਲ 110 ਦੇ ਵਿੱਚ ਲਿਖਿਆ ਹੋਇਆ। ਅਗਲਾ ਜਿਹੜਾ ਆਪਣਾ ਆਰਟੀਕਲ ਹੈ ਸੁਪਰੀਮ ਕੋਰਟ ਬਾਰੇ, ਠੀਕ ਹੈ। ਤਾਂ 124 ਦੇ ਵਿੱਚ ਲਿਖਿਆ ਕਿ ਆਪਣੀ ਸੁਪਰੀਮ ਕੋਰਟ ਹੋਵੇਗੀ, ਠੀਕ ਹੈ। ਆਰਟੀਕਲ 214 ਦੇ ਵਿੱਚ ਲਿਖਿਆ ਕਿ ਆਪਣੀ ਹਰ ਇੱਕ ਸਟੇਟ ਦੀ ਇੱਕ ਹਾਈ ਕੋਰਟ ਹੋਵੇਗੀ, ਠੀਕ ਹੈ। ਇਹ ਵੀ ਲਿਖਿਆ ਕਿ 1 ਜਾਂ 2 ਤੋਂ ਵੱਧ ਸਟੇਟਾਂ ਦੀ ਵੀ ਇੱਕ ਹਾਈ ਕੋਰਟ ਹੋ ਸਕਦੀ ਹੈ, ਠੀਕ ਹੈ ਜੀ। ਆਪਾਂ ਦੇਖਦੇ ਹਾਂ ਕਿ ਆਪਣੀ ਪੰਜਾਬ ਐਂਡ ਹਰਿਆਣਾ ਜਿਹੜੀ ਹਾਈ ਕੋਰਟ ਹੈ ਉਹ ਆਪਣੇ ਪੰਜਾਬ ਅਤੇ ਹਰਿਆਣੇ ਦੇ ਕੇਸ ਸੰਭਾਲਦੀ ਹੈ, ਠੀਕ ਹੈ ਜੀ। ਤਾਂ ਆਰਟੀਕਲ 214 ਦੇ ਵਿੱਚ ਆਪਣੇ ਹਾਈ ਕੋਰਟ ਬਾਰੇ ਲਿਖਿਆ।
124 ਹੈ ਜਿਹੜਾ ਉਹ ਸੁਪਰੀਮ ਕੋਰਟ ਨਾਲ ਸੰਬੰਧਿਤ ਹੈ। ਠੀਕ ਹੈ, ਤਾਂ ਇਹ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਿਓ ਸਾਰੇ ਆਰਟੀਕਲ। ਇਹ ਆਪਾਂ ਸੁਪਰੀਮ ਕੋਰਟ ਹਾਈ ਕੋਰਟ ਦਾ ਵੀ ਇੱਕ ਸਪੈਸ਼ਲ ਟੌਪਿਕ ਆਪਾਂ ਪੋਲਿਟੀ ਸੀਰੀਜ਼ ਦੇ ਵਿੱਚ ਡਿਸਕਸ ਕੀਤਾ ਹੈ। ਆਪਣੀ ਪੋਲਿਟੀ ਸੀਰੀਜ਼ ਨੂੰ ਸੀਰੀਜ਼ ਵਾਈਜ਼ ਤੁਸੀਂ ਲਗਾਓ। ਠੀਕ ਹੈ, ਤੁਹਾਡੇ ਬਹੁਤ ਵਧੀਆ ਤੁਹਾਡੀ ਤਿਆਰੀ ਹੋਊਗੀ ਪੋਲਿਟੀ ਦੀ। ਅਗਲਾ ਜਿਹੜਾ ਆਪਣਾ ਆਰਟੀਕਲ ਹੈ ਆਰਟੀਕਲ 226, ਇਹ ਰਿਟ ਨਾਲ ਸੰਬੰਧਿਤ ਹੈ। ਠੀਕ ਹੈ, ਆਰਟੀਕਲ 226 ਦੇ ਅਧੀਨ ਆਪਾਂ ਜਾ ਸਕਦੇ ਹਾਂ ਹਾਈ ਕੋਰਟ। ਫੰਡਾਮੈਂਟਲ ਰਾਈਟ ਜੇ ਆਪਣੇ ਕੋਈ ਵਾਇਓਲੇਟ ਕਰਦਾ, ਕੋਈ ਉਹਨਾਂ ਦੀ ਉਲੰਘਣਾ ਕਰਦਾ, ਤਾਂ 226 ਦੇ ਤਹਿਤ ਆਪਾਂ ਕਿੱਥੇ ਜਾ ਸਕਦੇ ਹਾਂ? ਹਾਈ ਕੋਰਟ ਜਾ ਸਕਦੇ ਹਾਂ। ਅਤੇ ਆਰਟੀਕਲ 32 ਦੇ ਤਹਿਤ ਆਪਾਂ ਜਾ ਸਕਦੇ ਹਾਂ ਸੁਪਰੀਮ ਕੋਰਟ। ਇਹ ਮੈਂ ਤੁਹਾਨੂੰ ਪਿੱਛੇ ਦੱਸ ਕੇ ਆਇਆ। ਅਤੇ 226 ਦੇ ਤਹਿਤ ਆਪਾਂ ਜਾ ਸਕਦੇ ਹਾਂ ਹਾਈ ਕੋਰਟ। ਇੱਕ ਗੱਲ ਹੋਰ ਕਿ ਹਾਈ ਕੋਰਟ ਦੇ ਕੋਲ ਸੁਪਰੀਮ ਕੋਰਟ ਨਾਲੋਂ ਇਸ ਮਾਮਲੇ ਦੇ ਵਿੱਚ ਜ਼ਿਆਦਾ ਪਾਵਰ ਹੁੰਦੀ ਹੈ। ਉਹ ਕਿਉਂ ਹੁੰਦੀ ਹੈ? ਕਿਉਂਕਿ ਜਿਹੜੀ ਸੁਪਰੀਮ ਕੋਰਟ ਹੈ ਉਹ ਸਿਰਫ ਫੰਡਾਮੈਂਟਲ ਰਾਈਟਸ ਦੇ ਉੱਤੇ ਆਪਣੀ ਸੁਣਵਾਈ ਕਰ ਸਕਦੀ ਹੈ, ਬਟ ਜਿਹੜੀ ਹਾਈ ਕੋਰਟ ਹੈ ਉਹ ਦੋਨੋਂ ਮੈਟਰ ਦੇਖਦੀ ਹੈ, ਲੀਗਲ ਮੈਟਰ ਵੀ ਦੇਖਦੀ ਹੈ ਅਤੇ ਫੰਡਾਮੈਂਟਲ ਰਾਈਟਸ ਵਾਲੇ ਮੈਟਰ ਵੀ ਦੇਖਦੀ ਹੈ। ਠੀਕ ਹੈ, ਤਾਂ ਇਹਦੇ ਵਿੱਚ ਜਿਹੜੀ ਹਾਈ ਕੋਰਟ ਕੋਲ ਵੱਧ ਪਾਵਰ ਹੁੰਦੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਆਰਟੀਕਲ ਹੈ ਆਰਟੀਕਲ 155, ਇਹ ਅਪੁਆਇੰਟਮੈਂਟ ਆਫ ਗਵਰਨਰ ਬਾਰੇ ਦੱਸਦਾ ਕਿ ਆਪਣੇ ਸਟੇਟ ਦਾ ਇੱਕ ਗਵਰਨਰ ਹੋਵੇਗਾ। ਠੀਕ ਹੈ ਜੀ, ਤਾਂ ਅਪੁਆਇੰਟਮੈਂਟ ਉਹਦੀ ਕੌਣ ਕਰਦਾ ਹੈਗਾ? ਉਹ ਕਰਦਾ ਹੈਗਾ ਆਪਣਾ ਰਾਸ਼ਟਰਪਤੀ। ਉਹਦੀ ਨਿਯੁਕਤੀ ਕੌਣ ਕਰਦਾ? ਰਾਸ਼ਟਰਪਤੀ ਕਰਦਾ। ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਆਰਟੀਕਲ ਹੈ ਆਰਟੀਕਲ 370, ਇਹ ਸਪੈਸ਼ਲ ਪ੍ਰੋਵੀਜ਼ਨ ਆਫ ਜੰਮੂ ਐਂਡ ਕਸ਼ਮੀਰ। ਜੰਮੂ ਐਂਡ ਕਸ਼ਮੀਰ ਨਾਲ ਸੰਬੰਧਿਤ ਜਿਹੜਾ ਆਰਟੀਕਲ ਧਾਰਾ 370 ਜਿਹੜੀ ਆਪਾਂ ਸੁਣਦੇ ਰਹੇ ਹਾਂ ਨਿਊਜ਼ ਦੇ ਵਿੱਚ ਵੀ, ਹੈ ਨਾ, ਤਾਂ ਇਹ ਬਹੁਤ ਇੰਪੋਰਟੈਂਟ ਹੈ। ਤਾਂ ਇਹ ਸਾਰੇ ਆਰਟੀਕਲ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਿਓ। ਅਗਲੇ ਜਿਹੜੇ ਆਪਣੇ ਆਰਟੀਕਲ ਨੇ ਉਹ ਹੈ ਐਮਰਜੈਂਸੀ ਦੇ ਨਾਲ ਸੰਬੰਧਿਤ। ਠੀਕ ਹੈ, ਐਮਰਜੈਂਸੀ ਜਿੰਨੀ ਆਪਣੀ ਲੱਗਦੀ ਹੈ, 3 ਟਾਈਪ ਦੀ ਆਪਣੀ ਐਮਰਜੈਂਸੀ ਲੱਗਦੀ ਹੈ। ਠੀਕ ਹੈ, ਇੱਕ ਤਾਂ ਲੱਗਦੀ ਹੈ ਨੈਸ਼ਨਲ ਐਮਰਜੈਂਸੀ, ਇੱਕ ਲੱਗਦੀ ਹੈ ਸਟੇਟ, ਅਤੇ ਇੱਕ ਲੱਗਦੀ ਹੈ ਫਾਈਨੈਂਸ਼ੀਅਲ ਐਮਰਜੈਂਸੀ। ਠੀਕ ਹੈ ਜੀ, ਤਾਂ ਜਿਹੜੀ ਆਪਣੀ ਨੈਸ਼ਨਲ ਐਮਰਜੈਂਸੀ ਲੱਗਦੀ ਹੈ ਉਹ ਲੱਗਦੀ ਹੈ ਆਰਟੀਕਲ 352 ਦੇ ਤਹਿਤ, ਅਤੇ 356 ਦੇ ਤਹਿਤ ਲੱਗਦੀ ਹੈ ਆਪਣੀ ਸਟੇਟ ਐਮਰਜੈਂਸੀ, ਜਿਹਨੂੰ ਆਪਾਂ ਪ੍ਰੈਜ਼ੀਡੈਂਟ ਰੂਲ ਵੀ ਕਹਿੰਦੇ ਹਾਂ। ਠੀਕ ਹੈ, ਅਤੇ 360 ਦੇ ਅੰਡਰ ਲੱਗਦੀ ਹੈ ਆਪਣੀ ਫਾਈਨੈਂਸ਼ੀਅਲ ਐਮਰਜੈਂਸੀ। ਇਹ 4 ਦਾ ਫਰਕ ਹੈ, 52, 56 ਅਤੇ 60। ਇਹ ਯਾਦ ਰੱਖਿਓ, ਪਹਿਲਾਂ ਨੈਸ਼ਨਲ ਆਊਗੀ, ਫਿਰ ਸਟੇਟ ਆਊ, ਫਿਰ ਫਾਈਨੈਂਸ਼ੀਅਲ ਆਊ। ਠੀਕ ਹੈ, ਫਾਈਨੈਂਸ਼ੀਅਲ ਐਮਰਜੈਂਸੀ ਆਪਣੇ ਦੇਸ਼ ਦੇ ਵਿੱਚ ਕਦੇ ਵੀ ਨਹੀਂ ਲੱਗੀ, ਇਹ ਤੁਸੀਂ ਯਾਦ ਰੱਖਣਾ। ਤਾਂ ਜਦੋਂ ਇਹ ਐਮਰਜੈਂਸੀ ਲੱਗ ਜਾਂਦੀ ਹੈ, ਸਾਰੀ ਜਿਹੜੀ ਪਾਵਰ ਹੈ ਉਹ ਪ੍ਰੈਜ਼ੀਡੈਂਟ ਦੇ ਹੱਥਾਂ ਦੇ ਵਿੱਚ ਆ ਜਾਂਦੀ ਹੈ। ਇਹ ਵੀ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਠੀਕ ਹੈ, ਤਾਂ ਇਹ ਆਪਣੀ ਐਮਰਜੈਂਸੀ ਦੇ ਨਾਲ ਜਿਹੜੇ ਸੰਬੰਧਿਤ ਆਰਟੀਕਲ ਨੇ ਇਹ ਵੀ ਤੁਸੀਂ ਯਾਦ ਰੱਖਣੇ ਆ। ਠੀਕ ਹੈ, ਤਾਂ ਅੱਜ ਦੀ ਜਿਹੜੀ ਆਪਣੀ ਵੀਡੀਓ ਹੈ ਉਹ ਇੱਥੇ ਆਪਾਂ ਇਹਦਾ ਐਂਡ ਕਰਦੇ ਹਾਂ। ਜਿੰਨੇ ਵੀ ਆਰਟੀਕਲ ਤੁਹਾਨੂੰ ਵਾਰ-ਵਾਰ ਪੁੱਛੇ ਜਾਂਦੇ ਨੇ ਉਹ ਆਪਾਂ ਇਹਦੇ ਵਿੱਚ ਕਵਰ ਕਰ ਲਏ ਨੇ। ਠੀਕ ਹੈ, ਤਾਂ ਬਾਕੀ ਤੁਸੀਂ ਜੇ ਡਿਟੇਲ ਵਾਈਜ਼ ਵਧੀਆ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਆਪਣੀ ਪੋਲਿਟੀ ਦੀ ਸੀਰੀਜ਼ ਲਾਂਚ ਹੈ, ਆਪਣੇ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਇੱਕ ਟੌਪਿਕ ਨੂੰ ਪੂਰੇ ਡਿਟੇਲ ਦੇ ਵਿੱਚ MCQ ਦੀ ਫਾਰਮ ਦੇ ਵਿੱਚ ਪੜ੍ਹ ਸਕਦੇ ਹੋ। ਠੀਕ ਹੈ ਜੀ, ਤਾਂ ਇਹ ਵੀਡੀਓ ਨੂੰ 2-3 ਵਾਰੀ ਰਿਵਾਈਜ਼ ਕਰ ਲਿਓ, ਤੁਹਾਨੂੰ ਆਉਣ ਵਾਲੇ ਸਾਰੇ ਪੇਪਰਾਂ ਦੇ ਵਿੱਚ ਇਹ ਬਹੁਤ ਫਾਇਦਾ ਦੇਵੇਗੀ। ਠੀਕ ਹੈ ਜੀ, ਤਾਂ ਇੰਡੀਆ ਲੈਵਲ ਦੇ ਪੇਪਰ ਅਤੇ ਪੰਜਾਬ ਲੈਵਲ ਦੇ ਪੇਪਰ ਦੋਨਾਂ ਦੇ ਵਿੱਚ ਤੁਹਾਨੂੰ ਜਿਹੜੀ ਵੀਡੀਓ ਹੈ ਬਹੁਤ ਫਾਇਦਾ ਦੇਵੇਗੀ। ਠੀਕ ਹੈ ਜੀ, ਤਾਂ ਜੇ ਤੁਹਾਨੂੰ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਇਹਨਾਂ ਨੂੰ ਲਾਈਕ ਕਰ ਦਿਆ ਕਰੋਗੇ, ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਠੀਕ ਹੈ ਜੀ, ਇਹੋ ਜਿਹੀਆਂ ਵੀਡੀਓ ਆਪਾਂ ਹੋਰ ਵੀ ਲੈ ਕੇ ਆਵਾਂਗੇ ਜਿਨ੍ਹਾਂ ਦੇ ਵਿੱਚ ਆਪਾਂ ਇੱਕੋ ਕਲਾਸ ਦੇ ਵਿੱਚ ਤੁਹਾਨੂੰ ਕਾਫੀ ਕੁਛ ਜਿਹੜਾ ਤੁਹਾਨੂੰ ਪੜ੍ਹਨ ਨੂੰ ਮਿਲਿਆ ਕਰੂਗਾ, ਤੁਹਾਡੇ ਪੇਪਰਾਂ ਦੇ ਲਈ ਬਹੁਤ ਇੰਪੋਰਟੈਂਟ ਹੋਊਗਾ। ਠੀਕ ਹੈ ਜੀ, ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ। ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ, ਕਿਉਂਕਿ ਤੁਹਾਡੇ ਲਈ ਬਹੁਤ ਵਧੀਆ ਕੰਟੈਂਟ ਹੈ ਜਿਹੜਾ ਉਹ ਔਨ ਦੀ ਵੇ ਹੈ। ਠੀਕ ਹੈ, ਨੋਟਸ ਆਪਣੇ ਖੁਦ ਬਣਾਓ। ਇਹ ਮੈਂ ਹਰ ਇੱਕ ਕਲਾਸ ਦੇ ਵਿੱਚ ਤੁਹਾਨੂੰ ਰਿਕਮੈਂਡ ਕਰਦਾ ਕਿ ਜਿਹੜੇ ਨੋਟਸ ਹੈ ਉਹ ਆਪਣੇ ਖੁਦ ਬਣਾਓ। ਠੀਕ ਹੈ ਜੀ, ਕਿਉਂਕਿ ਜਦੋਂ ਤੁਸੀਂ ਖੁਦ ਨੋਟਸ ਬਣਾਓਗੇ ਤਾਂ ਤੁਹਾਡੀ ਤਿਆਰੀ ਬਹੁਤ ਵਧੀਆ ਤਰੀਕੇ ਨਾਲ ਹੋਊਗੀ। ਠੀਕ ਹੈ, ਕਿਸੇ ਦੇ ਨੋਟਸ 'ਤੇ ਡਿਪੈਂਡ ਨਾ ਰਹੋ। ਠੀਕ ਹੈ, ਅਤੇ ਵਧੀਆ ਤਰੀਕੇ ਨਾਲ ਆਪਣੀ ਤਿਆਰੀ ਕਰੋ। ਤਾਂ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਧੰਨਵਾਦ।